हेलो, हाँ जी सर। जी सर, एक मिनट जी। ओके ओके, नो प्रॉब्लम। करो सर पीपीटी शेयर। ओके जी। ओके है सर जी। हाँ, मैं थोड़ा पीछे कर लेंगे सर। बहुत वधिया जी। हाँ जी, हाँ। इत्थों शुरू कर देंगे। ठीक है जी। चलो, मैनू बनाता को होस्ट तुसी? हाँ, बना कर दो सर एडमिट सारे कर। ओके जी। हाँ जी, हाँ जी, बस टाइम तो हो ही गया। सारिਆਂ ਨੂੰ ਸਤਿ ਸ੍ਰੀ ਅਕਾਲ। गुड मॉर्निंग। मैं राकेश के डल्ला फ्रॉम गवर्नमेंट ITI मोहाली, डिपार्टमेंट ऑफ टेक्निकल एजुकेशन एंड इंडस्ट्रीयल ट्रेनिंग पंजाब। ਸਾਰਿਆਂ ਦਾ ਮੇਰੇ ਇਸ ਸੈਸ਼ਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸਾਡਾ ਜਿਹੜਾ ਚੈਪਟਰ ਚੱਲਦਾ ਪਿਆ ਸੀ ਕੁਆਲਿਟੀ ਮੈਨੇਜਮੈਂਟ, ਅੱਜ ਦਾ ਜਿਹੜਾ ਮੈਂ ਟੌਪਿਕ ਕਵਰ ਕਰਨ ਜਾ ਰਿਹਾ ਦੈਟ ਇਜ਼ ਕੁਆਲਿਟੀ ਮੈਨੇਜਮੈਂਟ ਸਿਸਟਮ QMS। ਸਾਰਿਆਂ ਨੇ ਐਬਰੀਵੇਸ਼ਨ ਇਹਦੀ ਯਾਦ ਕਰ ਲੈਣੀ ਹੈ, QMS ਦੈਟ ਇਜ਼ ਕੁਆਲਿਟੀ ਮੈਨੇਜਮੈਂਟ ਸਿਸਟਮ। ਸੋ ਅੱਗੇ ਚੱਲਣ ਤੋਂ ਪਹਿਲੇ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਇੰਪਲੋਏਬਿਲਟੀ ਸਕਿੱਲਸ ਦਾ ਵੈਸੇ ਸਾਰੇ ਸਟੂਡੈਂਟਸ ਨੂੰ ਪਤਾ ਹੈਗਾ ਕਿ ਕੁਆਲਿਟੀ ਜਿਹੜਾ ਇੰਪਲੋਏਬਿਲਟੀ ਸਕਿੱਲਸ ਸਬਜੈਕਟ ਆਪਾਂ ਕਵਰ ਕਰਦੇ ਪਏ ਹਾਂ, ਜਿਹਦੇ ਵਿੱਚ ਸਾਡਾ ਚੈਪਟਰ ਚੱਲਦਾ ਪਿਆ ਸੀ ਕੁਆਲਿਟੀ ਮੈਨੇਜਮੈਂਟ। ਉਹਦੇ ਵਿੱਚ ਅਸੀਂ ਟੌਪਿਕ ਕਵਰ ਕਰਦੇ ਪਏ ਸੀ ਕੁਆਲਿਟੀ ਪੈਰਾਮੀਟਰਸ, ਵੇਰੀਅਸ ਕੁਆਲਿਟੀ ਪੈਰਾਮੀਟਰਸ ਅਸੀਂ ਪੜ੍ਹ ਲਏ ਸੀਗੇ। ਅੱਜ ਅਸੀਂ ਉਹਦੇ ਵਿੱਚ ਸਬ ਟੌਪਿਕ ਜਿਹੜਾ ਕਵਰ ਕਰਨਾ ਦੈਟ ਇਜ਼ ਕੁਆਲਿਟੀ ਮੈਨੇਜਮੈਂਟ ਸਿਸਟਮ QMS। ਇਹ ਟੌਪਿਕ ਨੂੰ ਡਿਟੇਲ ਦੇ ਵਿੱਚ ਸਮਝਾਉਣ ਤੋਂ ਪਹਿਲੇ ਥੋੜਾ ਜਿਹਾ ਮੈਂ ਤੁਹਾਨੂੰ ਗਵਰਨਮੈਂਟ ITI ਮੋਹਾਲੀ ਦਾ ਵਿਜ਼ਿਟ ਕਰਵਾਉਣਾ ਚਾਹੁੰਦਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਐਡਮਿਸ਼ਨ ਜਿਹੜੀਆਂ ਆ ਉਹ ਸਟਾਰਟ ਡਿਪਾਰਟਮੈਂਟ ਦੇ ਵਿੱਚ ਹੋ ਰਹੀਆਂ। ਤੁਹਾਡੇ ਜਿਹੜੇ ਭੈਣ ਭਾਈ ਹੈਗੇ ਆ, ਰਿਲੇਟਿਵਸ ਹੈਗੇ ਆ, ਜਾਂ ਜਿਹੜੇ ਨੋਨ ਆ, ਉਹਨਾਂ ਨੂੰ ਆਪਾਂ ਦੱਸ ਸਕਦੇ ਆ ਵੀ ਕਿੱਥੇ ਕਿੱਥੇ ਐਡਮਿਸ਼ਨ ਲਈ ਜਾ ਸਕਦੀ ਆ। ਸੋ ਜਿਹੜਾ ਗਵਰਨਮੈਂਟ ITI ਮੋਹਾਲੀ ਹੈਗਾ, ਗਰਲ ਇੰਸਟੀਚਿਊਟ ਹੈਗਾ, ਇਹ ਮੇਰਾ ਫਰੰਟ ਐਂਟਰੈਂਸ ਹੈਗੀ ਆ, ਫਰੰਟ ਬਲੌਕ ਹੈਗਾ, ਜਿਹੜਾ ਐਡਮਿਨ ਬਲੌਕ ਹੈਗਾ। ਦੈਨ ਇਹ ਜਿਹੜਾ ਮੇਰਾ ਬੈਕ ਸਾਈਡ ਤੇ ਦੂਸਰੀ ਫਿਗਰ ਤੁਹਾਡੀ ਸਕਰੀਨ ਤੇ ਆਈ ਹੈ, ਇਹ ਮੇਰੇ ਕਲਾਸਰੂਮਸ ਨੇ।
ਔਰ ਇਹਦੇ ਵਿੱਚ ਹੀ ਸਾਰੀਆਂ ਵਰਕਸ਼ਾਪਸ ਨੇ। ਇੱਥੇ ਇਹ ਪਲੇਗਰਾਊਂਡ ਤੁਹਾਨੂੰ ਦਿਖਦੀ ਪਈ ਹੈ, ਇਸੇ ਤਰ੍ਹਾਂ ਦੂਸਰੀ ਸਾਈਡ ਤੇ ਵੀ ਪਲੇਗਰਾਊਂਡ ਆ। ਜੇ ਅਸੀਂ ਇਹਦੀ ਬੈਕ ਸਾਈਡ ਤੇ ਚਲੇ ਜਾਈਏ ਤਾਂ ਬਹੁਤ ਵੱਡੀ ਇੱਕ ਬ੍ਰੇਕ ਤੁਹਾਨੂੰ ਪਲੇਗਰਾਊਂਡ ਹੋਰ ਦਿਖੇਗੀ। ਸੋ ਹੁਣ ਆਪਾਂ ਦੇਖੀਏ ਟ੍ਰੇਡਸ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਬਲਿੰਕ ਹੋ ਰਹੀਆਂ। ਸਭ ਤੋਂ ਪਹਿਲਾਂ ਸੈਂਕ ਟੈਕਨੋਲੋਜੀ ਕੋਪਾ, ਸਰਫੇਸ ornamentation secretarial practice English, ਡਰਾਫਟਸਮੈਨ ਸਿਵਲ ਪੰਜਾਬੀ ਸਟੈਨੋਗ੍ਰਾਫੀ, ਡਰਾਫਟਸਮੈਨ ਮਕੈਨੀਕਲ ਇਲੈਕਟ੍ਰੋਨਿਕਸ ਮਕੈਨਿਕ DST, ICTSM ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਰਿਲੇਟਡ ਹੈਗੀ ਆ, ਬੇਸਿਕ ਕਾਸਮੈਟੋਲੋਜੀ ਹੋ ਗਿਆ, ਇਲੈਕਟ੍ਰੋਨਿਕਸ ਮਕੈਨਿਕ ਸਿੰਪਲ ਹੋ ਗਈ, ਇੱਕ DST ਹੈਗੀ ਆ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕ। ਇਹ ਜਿਹੜੀਆਂ ਸਾਡੇ ਕੋਲ ਟ੍ਰੇਡ ਚੱਲਦੀਆਂ ਪਈਆਂ CTS ਦੇ ਅੰਡਰ ਚੱਲਦੀਆਂ। ਇਸ ਤੋਂ ਇਲਾਵਾ ਇੱਕ ਸਕਰੀਨ ਤੇ ਤੁਹਾਡੇ ਹੁਣ ਬਲਿੰਕ ਹੋਇਆ ਹੋਣਾ ਥੋੜੇ ਜਿਹੇ ਇੱਥੇ ਸ਼ਾਰਟ ਟਰਮ ਕੋਰਸਿਸ ਚੱਲਦੇ ਨੇ, ਜਿਹੜੇ ਬੱਚੇ ITI ਪਾਸ ਕਰ ਚੁੱਕੇ ਹੁੰਦੇ ਆ ਜਾਂ ਜਿਹੜੇ ਡਿਪਲੋਮਾ ਪੋਲੀਟੈਕਨਿਕ ਜਾਂ ਜਿਹੜੇ BTech ਕਰਦੇ ਪਏ, ਉਹਨਾਂ ਦੇ ਲਈ ਆਪਾਂ ਸ਼ਾਰਟ ਟਰਮ ਕੋਰਸਿਸ ਵੀ ਇੱਥੇ ਹਾਈਟੈਕ ਟ੍ਰੇਨਿੰਗ ਸਕੀਮ ਦੇ ਵਿੱਚ ਰਨ ਕਰਦੇ ਪਏ ਆ। ਇੱਕ ਹੈਗਾ ਉਹਦੇ ਵਿੱਚੋਂ ਇੰਡਸਟਰੀਅਲ ਆਟੋਮੇਸ਼ਨ ਦੈਟ ਇਜ਼ PLC ਐਂਡ ਨਿਊਮੈਟਿਕਸ, ਔਰ ਦੂਸਰਾ ਹੈਗਾ CNC ਪ੍ਰੋਗਰਾਮਿੰਗ। CNC ਪ੍ਰੋਗਰਾਮਿੰਗ ਮਕੈਨੀਕਲ ਦੇ ਸਟੂਡੈਂਟਸ ਲਈ ਹੈਗਾ, ਜਿਹੜਾ ਇੰਡਸਟਰੀਅਲ ਆਟੋਮੇਸ਼ਨ ਹੈਗਾ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਔਰ ਇੰਸਟਰੂਮੈਂਟੇਸ਼ਨ ਦੇ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਦੇ ਲਈ ਇੱਕ ਕਾਮਨ ਕੋਰਸ ਆ। ਕੋਈ ਵੀ ਇਹਨਾਂ ਵਿੱਚੋਂ ਇਹ ਕੋਰਸ ਕਰ ਸਕਦੇ ਆ। ਇੰਡਸਟਰੀ ਦੀ ਐਪਲੀਕੇਸ਼ਨਸ ਇਹਦੇ ਵਿੱਚ ਲਰਨ ਆਪਾਂ ਕਰਵਾਉਂਦੇ, ਬੱਚਿਆਂ ਨੂੰ ਸਿਖਾਉਂਦੇ ਆ, ਪ੍ਰੈਕਟੀਕਲ ਕਰਵਾ ਕੇ ਦਿਖਾਉਂਦੇ ਆ। ਸੋ ਇਸ ਤੋਂ ਤੁਹਾਨੂੰ ਥੋੜਾ ਜਿਹਾ ਪਤਾ ਹੀ ਆ, ਜਿਹੜਾ ਮਿਸ਼ਨ ਫਤਿਹ ਪੰਜਾਬ ਦੇ ਵਿੱਚ ਚੱਲਦਾ ਪਿਆ COVID-19 ਤੋਂ ਅਸੀਂ ਜਿਹੜੀ ਮਹਾਮਾਰੀ ਹੈਗੀ ਉਹਨਾਂ ਜੂਝਦੇ ਪਏ ਆ। ਇਸ ਕਰਕੇ ਸਾਰੇ ਸਟੂਡੈਂਟਸ ਨੂੰ ਜੋ ਆਪਣੇ ਮੇਰੇ ਪਾਰਟਿਸਪੈਂਟਸ ਇਸ ਵੇਲੇ ਬੈਠੇ ਹੋਏ ਨੇ, ਮਾਨਯੋਗ ਮੰਤਰੀ ਜੀ ਵੱਲੋਂ ਸਾਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਮਹਾਮਾਰੀ ਤੋਂ ਅਸੀਂ ਜਲਦੀ ਤੋਂ ਜਲਦੀ ਬਾਹਰ ਆਣਾ, ਔਰ ਜੋ ਵੀ ਸਰਕਾਰ ਸਾਨੂੰ ਹਦਾਇਤਾਂ ਟਾਈਮ ਟੂ ਟਾਈਮ ਦਿੰਦੀਆਂ ਪਈਆਂ, ਜੋ ਵੀ ਸਾਨੂੰ ਸਲਾਹ ਦਿੱਤੀ ਜਾ ਰਹੀ ਆ, ਜਿਵੇਂ ਕਿ ਆਪਣੇ ਹੱਥ ਸਾਫ਼ ਕਰਨੇ, ਸੈਨੀਟਾਈਜ਼ ਕਰਨਾ ਆਪਣੇ ਆਪ ਨੂੰ ਬਾਰ-ਬਾਰ, ਜ਼ਰੂਰਤ ਪਈ ਤੇ ਬਾਹਰ ਜਾਣਾ, ਮਾਸਕ ਆਪਣਾ ਲਗਾ ਕੇ ਰੱਖਣਾ, ਹੱਥ ਬਾਰ-ਬਾਰ ਧੋਣੇ ਆ। ਜੇ ਤੁਹਾਡੀ ਤਬੀਅਤ ਖਰਾਬ ਆ ਤੇ ਆਪਾਂ ਹੈਲਪਲਾਈਨ ਦੇ ਉੱਤੇ ਕੰਟੈਕਟ ਕਰਨਾ ਆ। ਇਹ ਸਾਰਿਆਂ ਨੇ ਪਾਰਟਿਸਪੈਂਟਸ ਮੇਰੇ ਜਿਹੜੇ ਹੈਗੇ ਆ, ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਤਾਂ ਜੋ ਇਹ ਮਹਾਮਾਰੀ ਤੋਂ ਆਪਾਂ ਜਲਦੀ ਹੀ ਨਿਕਲ ਕੇ ਬਾਹਰ ਆਪਾਂ ਨਾਰਮਲ ਲਾਈਫ ਜਿਹੜੀ ਆ ਉਹ ਜੀਣੀ ਸ਼ੁਰੂ ਕਰ ਸਕੀਏ। ਇਹ ਬਹੁਤ ਜ਼ਰੂਰੀ ਆ ਸਾਰਿਆਂ ਦੇ ਲਈ। ਹੁਣ ਅਸੀਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਟੌਪਿਕ ਸਟਾਰਟ ਕਰਨ ਤੋਂ ਪਹਿਲੇ ਮੈਂ ਥੋੜਾ ਜਿਹਾ ਦੱਸ ਦਵਾਂ ਕੁਆਲਿਟੀ ਪੈਰਾਮੀਟਰਸ ਅਸੀਂ ਕੀ ਥੋੜਾ ਜਿਹਾ ਡਿਸਕਸ ਕੀਤਾ ਸੀਗਾ। ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨ ਦੇ ਲਈ, ਕੁਆਲਿਟੀ ਨੂੰ ਇਨਹਾਂਸ ਕਰਨ ਦੇ ਲਈ ਆਪਾਂ ਵੇਰੀਅਸ ਕੁਆਲਿਟੀ ਟੂਲਸ ਯੂਜ਼ ਕਰਦੇ ਹਾਂ ਔਰ ਕੁਆਲਿਟੀ ਪੈਰਾਮੀਟਰਸ ਯੂਜ਼ ਕਰਦੇ ਹਾਂ। ਇਹ ਜੇ ਆਪਾਂ ਕੁਆਲਿਟੀ ਪੈਰਾਮੀਟਰਸ ਯੂਜ਼ ਕਰਦੇ ਹਾਂ ਤਾਂ ਸਾਡੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਇਨਕਰੀਜ਼ ਹੋਏਗੀ। ਉਹਦੇ ਵਿੱਚ ਕਿਹੜੇ ਕੁਆਲਿਟੀ ਪੈਰਾਮੀਟਰ ਸੀ ਜਿਹੜੇ ਆਪਾਂ ਗੱਲ ਕਰ ਚੁੱਕੇ ਹਾਂ ਪਹਿਲੇ। quality circle, total productive maintenance, quality management system, 5S concept, Kaizen, total quality management। ਇਹ ਸਾਰੇ ਤੁਸੀਂ ਜਿਹੜੇ ਸੀਗੇ ਇਹਨਾਂ ਦੇ ਵਿੱਚੋਂ ਅਸੀਂ quality circle QC ਕਰ ਚੁੱਕੇ ਹਾਂ ਆਲਰੇਡੀ। total productive maintenance TPM ਅਸੀਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀਗਾ। ਕੁਆਲਿਟੀ ਮੈਨੇਜਮੈਂਟ ਸਿਸਟਮ ਇਹ ਅੱਜ ਅਸੀਂ ਕਵਰ ਕਰਨਾ ਆ। ਇਹ QMS ਮੈਂ ਬਾਰ-ਬਾਰ ਫੋਕਸ ਕਰ ਰਿਹਾ ਹਾਂ। ਸਾਰੇ ਬੱਚੇ ਪਲੀਜ਼ ਨੋਟ ਕਰ ਲਿਆ ਕਰੋ, ਜਿਹਨਾਂ ਕੋਲ ਕਾਪੀ ਪੈਨ ਕੋਲ ਰੱਖਿਆ ਹੋਇਆ ਇਹ ਜ਼ਰੂਰ ਕਰਨਾ। ਅਗਲੇ ਲੈਕਚਰ ਦੇ ਵਿੱਚ ਅਸੀਂ ਕਵਰ ਕਰਾਂਗੇ 5S ਕੰਸੈਪਟ ਕੀ ਹੁੰਦਾ ਤੇ ਕਾਈਜ਼ਨ ਕੀ ਹੁੰਦਾ, ਔਰ ਟੋਟਲ ਕੁਆਲਿਟੀ ਮੈਨੇਜਮੈਂਟ ਬਾਰੇ ਵੀ ਅਸੀਂ ਥੋੜਾ ਜਿਹਾ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਮੇਨ ਹੈਗਾ, ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਉਹ ਕੁਆਲਿਟੀ ਮੈਨੇਜਮੈਂਟ ਸਿਸਟਮ ਹੈ, ਦੈਟ ਇਜ਼ QMS। ਹੁਣ ਪਹਿਲਾਂ ਥੋੜਾ ਜਿਹਾ ਅੱਗੇ ਚੱਲਣ ਤੋਂ ਮੈਂ ਤੁਹਾਨੂੰ ਥੋੜਾ ਕਲੀਅਰ ਕਰ ਦਵਾਂ ਕਿ ਦੋ ਗੱਲਾਂ ਹੁੰਦੀਆਂ ਨੇ, ਇੱਕ ਕੁਆਲਿਟੀ ਮੈਨੇਜਮੈਂਟ ਆ, ਇੱਕ ਕੁਆਲਿਟੀ ਮੈਨੇਜਮੈਂਟ ਸਿਸਟਮ ਆ। ਪਹਿਲਾਂ ਆਪਾਂ ਅੰਡਰਸਟੈਂਡ ਕਰੀਏ ਕੁਆਲਿਟੀ ਮੈਨੇਜਮੈਂਟ ਕੀ ਆ, ਫਿਰ ਮੈਂ ਤੁਹਾਨੂੰ ਦੱਸਦਾ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਆ। ਸੋ ਕੁਆਲਿਟੀ ਮੈਨੇਜਮੈਂਟ ਕੀ ਆ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਵੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟਸ ਕੰਮ ਕਰਦੇ ਪਏ ਆ, ਜਿੰਨੀਆਂ ਵੀ ਅਸੀਂ ਐਕਟੀਵਿਟੀਜ਼ ਕਰਦੇ ਪਏ ਆ, ਪਰਫਾਰਮ ਕਰਦੇ ਪਏ ਐਕਟੀਵਿਟੀਜ਼, ਉਹਨਾਂ ਦੀ ਸੁਚੱਜੇ ਤਰੀਕੇ ਦੇ ਨਾਲ ਮੈਨੇਜਮੈਂਟ ਨੂੰ ਕਰਨਾ ਕੁਆਲਿਟੀ ਮੈਨੇਜਮੈਂਟ ਕਹਾਇਆ ਜਾਂਦਾ, ਰਾਈਟ। ਹੁਣ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਆ ਕਿ ਉਹ ਸੁਚੱਜੇ ਤਰੀਕੇ ਨੂੰ, ਕੁਆਲਿਟੀ ਮੈਨੇਜਮੈਂਟ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਅਡਾਪਟ ਕਰਨਾ, ਕਿਹੜੇ ਤਰੀਕੇ ਦੇ ਨਾਲ ਪਰਫਾਰਮ ਕਰਨਾ, ਕਿਹੜੇ ਤਰੀਕੇ ਦੇ ਨਾਲ ਅਚੀਵ ਕਰਨਾ, ਰਾਈਟ। ਸੋ ਕੁਆਲਿਟੀ ਮੈਨੇਜਮੈਂਟ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਅਚੀਵ ਕਰਨਾ, ਵੇਰੀਅਸ ਪਰਪਸਿਸ ਹੋ ਸਕਦੇ ਆ, ਵੇਰੀਅਸ ਸਿਸਟਮਸ ਹੋ ਸਕਦੇ ਆ,
ਪ੍ਰੋਸੈਸਿਸ, ਪ੍ਰੋਡਕਟਸ, ਐਪਲੀਕੇਸ਼ਨਸ, ਹਿਊਮਨ ਰਿਸੋਰਸਿਸ, ਇਹ ਸਾਰਿਆਂ ਦੀ ਕਿਹੜੇ ਤਰੀਕੇ ਦੇ ਨਾਲ ਮੈਨੇਜਮੈਂਟ ਕਰਨੀ ਆ, ਉਹਨਾਂ ਨੂੰ ਕਿਹੜੇ ਤਰੀਕੇ ਨਾਲ ਆਪਾਂ ਡਿਫਾਈਨ ਕਰਨਾ ਆ, ਰਿਟਨ ਫਾਰਮ ਦੇ ਵਿੱਚ ਕਿਵੇਂ ਲੈ ਕੇ ਆਣਾ, ਇੰਪਲੀਮੈਂਟੇਸ਼ਨ ਕੀ ਕਰਨੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਲਿਖੀਆਂ ਹੋਈਆਂ ਇੱਥੇ, that is involved in to achieve the quality management system. Purposes ਕਿਹੜੇ ਹੈਗੇ ਆ, ਸਿਸਟਮ ਕਿਹੜਾ ਆ, ਪ੍ਰੋਸੈਸਿਸ ਕਿਹੜੀਆਂ ਨੇ, ਪ੍ਰੋਡਕਟ ਕਿਹੜੇ ਨੇ, ਐਪਲੀਕੇਸ਼ਨਸ ਐਂਡ ਹਿਊਮਨ ਰਿਸੋਰਸਿਸ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਣੀ ਆ, ਤਾਂ ਜੋ ਕੰਪਨੀ ਦੇ ਆਬਜੈਕਟਿਵਸ ਕੀ ਹੈਗੇ ਉਹ ਅਚੀਵ ਕੀਤੇ ਜਾ ਸਕਣ ਔਰ ਗੋਲ ਕੀ ਆ ਉੱਥੇ ਤੱਕ ਪਹੁੰਚਿਆ ਜਾ ਸਕੇ। ਥੋੜਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਅਸੀਂ ਬਾਰ-ਬਾਰ ਇੱਕ ਵਰਡ ਯੂਜ਼ ਕਰਦੇ ਪਏ ਆ, ਆਬਜੈਕਟਿਵ ਤੇ ਗੋਲ। ਪਹਿਲਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰੀਏ ਕਿ ਕੀ ਆਬਜੈਕਟਿਵ ਕਿਹਨੂੰ ਕਹਿੰਦੇ ਆ ਤੇ ਗੋਲ ਕਿਹਨੂੰ ਕਹਿੰਦੇ ਆਪਾਂ, ਰਾਈਟ। ਹੁਣ ਪਹਿਲਾਂ ਆਪਾਂ ਗੋਲ ਦੀ ਗੱਲ ਕਰਦੇ ਹਾਂ। ਗੋਲ ਉਹ ਚੀਜ਼ ਆ ਜਿਹੜੀ ਚੀਜ਼ ਨੂੰ ਅਸੀਂ ਅਚੀਵ ਕਰਨਾ, ਜੋ ਸਾਡਾ ਟਾਰਗੇਟ ਆ, ਰਾਈਟ। ਤੁਸੀਂ ਹਿੱਟ ਕਰਨਾ ਕਿਸੇ ਚੀਜ਼ ਤੇ ਐਰੋ ਦੇ ਨਾਲ, ਕਿਹੜੀ ਚੀਜ਼ ਤੇ ਉਹ ਐਰੋ ਮਾਰਨਾ, ਉਹ ਤੁਹਾਡਾ ਗੋਲ ਆ, ਤੁਹਾਡਾ ਟਾਰਗੇਟ ਆ। ਆਬਜੈਕਟਿਵਸ ਕੀ ਹੈਗੇ ਆ, ਕਿਹੜੇ ਤਰੀਕੇ ਆਪਾਂ ਆਪਣੇ ਗੋਲ ਤੱਕ ਪਹੁੰਚਾਉਣ ਨੂੰ ਯੂਜ਼ ਕਰਨੇ ਆ, ਦੈਟ ਇਜ਼ ਮਾਈ ਆਬਜੈਕਟਿਵਸ। ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਮੈਂ ਟੌਪ ਕਰਨਾ ਆਪਣੀ ਕਲਾਸ ਦੇ ਵਿੱਚੋਂ, ਇਹ ਤੁਹਾਡਾ ਗੋਲ ਹੋ ਗਿਆ। ਕਿਹੜੇ ਤਰੀਕੇ ਦੇ ਨਾਲ ਆਪਾਂ ਜਿਹੜਾ ਹੈ ਟੌਪ ਕਰਾਂਗੇ, ਆਹ ਵਾਲੀਆਂ ਬੁੱਕਸ ਰੈਫਰ ਕਰਾਂਗੇ, ਅਸੀਂ ਇੱਥੋਂ ਕੋਚਿੰਗ ਲਾਵਾਂਗੇ, ਅਸੀਂ ਐਸ ਟੀਚਰ ਦੇ ਕੋਲੋਂ ਪੜਾਂਗੇ, ਅਸੀਂ ਆਹ ਵਾਲੇ ਲੈਕਚਰ ਅਟੈਂਡ ਕਰਾਂਗੇ, ਰਾਈਟ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੈ ਕੇ ਪੜਨਾ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਿਹੜੀਆਂ ਐਕਟੀਵਿਟੀਜ਼ ਕਰਨੀਆਂ, ਉਹ ਤੁਹਾਡੇ ਆਬਜੈਕਟਿਵਸ ਹੋ ਗਏ, ਰਾਈਟ। ਇਹ ਸਾਰਿਆਂ ਨੇ ਡਿਫਰੈਂਸ ਆਪਣੇ ਮਾਈਂਡ 'ਚ ਰੱਖਣਾ। ਤੁਹਾਨੂੰ ਇੰਡਸਟਰੀ 'ਚ ਇਹ ਜਾ ਕੇ ਜ਼ਰੂਰਤ ਪੈਣੀ ਆ। ਇੰਟਰਵਿਊ 'ਚ ਵੀ ਈਵਨ ਕਈ ਵਾਰੀ ਪੁੱਛ ਲੈਂਦੇ ਆ ਕਿ ਤੁਹਾਡਾ ਗੋਲ ਕੀ ਹੈ ਜੀ, ਰਾਈਟ। ਤੁਸੀਂ ਗੋਲ ਦੱਸ ਦਿੰਦੇ ਹੋ ਤੇ ਉਹ ਓਕੇ, ਦੈਨ ਵਾਟ ਇਜ਼ ਦੀ ਆਬਜੈਕਟਿਵ। ਉੱਥੇ ਤੁਸੀਂ ਕਨਫਿਊਜ਼ ਹੋ ਜਾਂਦੇ ਵੀ ਇਹ ਆਬਜੈਕਟਿਵ ਕੀ ਪੁੱਛ ਰਿਹਾ ਮੇਰੇ ਕੋਲੋਂ। ਸੋ ਆਬਜੈਕਟਿਵ ਮੀਨਸ ਹਾਊ ਯੂ ਵਿਲ ਅਚੀਵ ਯੂਰ ਗੋਲ, ਦੈਟ ਇਜ਼ ਯੂਰ ਆਬਜੈਕਟਿਵ। ਇਹ ਸਾਰਿਆਂ ਨੇ ਮਾਈਂਡ 'ਚ ਰੱਖਣਾ। ਮੈਂ ਤਾਂ ਕਰਕੇ ਇਹਨੂੰ ਥੋੜਾ ਜਿਹਾ ਨੀਚੇ ਕਰਕੇ ਰੈੱਡ ਕਰਕੇ ਲਿਖਿਆ ਹੋਇਆ, ਰਾਈਟ। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਸਾਰੇ ਪਾਰਟਿਸਿਪੈਂਟਸ ਨੂੰ ਮੈਂ ਦੱਸ ਦਿੱਤਾ ਆਪਣਿਆਂ ਨੂੰ ਕਿ ਜਿੰਨੇ ਵੀ ਇੰਡਸਟਰੀ ਦੇ ਵਿੱਚ ਕੰਮ ਹੋ ਰਿਹਾ ਕਿਹੜੇ ਤਰੀਕੇ ਦੇ ਨਾਲ ਅਚੀਵ ਕਰਨਾ, ਕੰਪਨੀ ਦੇ ਗੋਲ ਨੂੰ ਕਿਹੜੇ ਪ੍ਰੋਸੀਜਰ ਅਡਾਪਟ ਕਰਕੇ, ਕਿਹੜੇ ਸਿਸਟਮ ਅਡਾਪਟ ਕਰਕੇ, ਕਿਹੜੀਆਂ ਪ੍ਰੋਸੈਸਿਸ ਅਡਾਪਟ ਕਰਕੇ, ਪ੍ਰੋਡਕਟ ਦੇ ਵਿੱਚ ਮੈਨੇਜਮੈਂਟ ਕਿਹੜੀ ਕਰਨੀ ਹੈ, ਐਪਲੀਕੇਸ਼ਨਸ ਕਿਹੜੀਆਂ ਯੂਜ਼ ਕਰਨੀਆਂ, ਹਿਊਮਨ ਰਿਸੋਰਸਿਸ ਨੂੰ ਕਿਹੜੇ ਤਰੀਕੇ ਨਾਲ ਮੈਨੇਜ ਕਰਨਾ, ਆਪਾਂ ਉਹ ਕੁਆਲਿਟੀ ਮੈਨੇਜਮੈਂਟ ਸਿਸਟਮ ਕਹਾਂਦਾ, ਰਾਈਟ। ਦੋ ਚੀਜ਼ਾਂ ਕਲੀਅਰ ਹੋ ਗਈਆਂ, ਕੁਆਲਿਟੀ ਮੈਨੇਜਮੈਂਟ ਐਂਡ ਕੁਆਲਿਟੀ ਮੈਨੇਜਮੈਂਟ ਸਿਸਟਮ ਕਲੀਅਰ ਹੋ ਗਿਆ। ਆਬਜੈਕਟਿਵਸ ਪਤਾ ਲੱਗ ਗਿਆ ਤੁਹਾਨੂੰ ਕੀ ਹੁੰਦੇ ਆ ਔਰ ਗੋਲ ਤੁਹਾਨੂੰ ਪਤਾ ਲੱਗ ਗਿਆ ਕੀ ਹੋ ਗਿਆ। ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਤੁਹਾਨੂੰ ਸਾਰਿਆਂ ਨੂੰ ਸਮਝਣ ਲਈ। ਹੁਣ ਅਸੀਂ ਦੇਖੀਏ ਪਰਪਸ ਕੀ ਆ। ਆਪਾਂ ਤਾਂ ਗੱਲ ਕਰਦੇ ਪਏ ਕੁਆਲਿਟੀ ਮੈਨੇਜਮੈਂਟ ਸਿਸਟਮ ਦੀ। ਦੇਖੋ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਪਰਪਸ ਕੀ ਹੋਣਾ ਚਾਹੀਦਾ ਕਿਸੇ ਇੰਡਸਟਰੀ ਦਾ, ਟੂ ਮੇਨਟੇਨ ਓਵਰਆਲ ਕੁਆਲਿਟੀ ਇਨਵਾਇਰਨਮੈਂਟ ਇਨ ਐਨ ਆਰਗੇਨਾਈਜੇਸ਼ਨ। ਸਾਰਿਆਂ ਨੂੰ ਹੀ ਪਤਾ ਹੈ ਪਰਪਸ ਤਾਂ ਇਹੀ ਹੈਗਾ ਆਪਣਾ ਕਿ ਸਾਰੀ ਆਰਗੇਨਾਈਜੇਸ਼ਨ ਦੇ ਵਿੱਚ ਕੁਆਲਿਟੀ ਇਨਵਾਇਰਨਮੈਂਟ ਜਿਹੜਾ ਹੈਗਾ ਉਹ ਅਸੀਂ ਮੇਨਟੇਨ ਕਰਨਾ। ਸੋ ਜਿਹੜੇ ਮੈਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੀ ਗੱਲ ਕਰਦਾ ਪਿਆ, ਆਈ ਐਮ ਨੋਟ ਟਾਕਿੰਗ ਅਬਾਊਟ ਦੀ ਪ੍ਰੋਡਕਟ ਕੁਆਲਿਟੀ। ਇੱਕ ਗੱਲ ਮਾਈਂਡ 'ਚ ਰੱਖਣੀ ਹੈ, ਮੈਂ ਜਿਹੜੀ ਕੁਆਲਿਟੀ ਦੀ ਗੱਲ ਕਰਦਾ ਪਿਆ ਇਟ ਇਜ਼ ਨਾਟ ਫॉर ਦੀ ਪ੍ਰੋਡਕਟ, ਇਹ ਓਵਰਆਲ ਆਰਗੇਨਾਈਜੇਸ਼ਨ ਦੀ ਕੁਆਲਿਟੀ ਦੀ ਗੱਲ ਕਰ ਰਹੇ ਹਾਂ। ਉਹਦੇ ਵਿੱਚ ਜਿੰਨੇ ਵੀ ਕੰਮ ਕਰਨ ਦੇ ਤਰੀਕੇ ਆ, ਜਿਹੜੇ ਵੀ ਤਰੀਕੇ ਨਾਲ ਆਪਾਂ ਪ੍ਰੋਸੈਸ, ਉਹ ਸਾਰਿਆਂ ਦੀ ਕੁਆਲਿਟੀ ਜਿਹੜੀ ਹੈਗੀ ਆ, ਸਾਰੀਆਂ ਚੀਜ਼ਾਂ ਨੂੰ ਆਪਾਂ ਕੁਆਲਿਟੀਜ਼ ਨੂੰ ਮੇਨਟੇਨ ਜੇ ਕਰ ਲੈਂਦੇ ਆ ਤੇ ਜਿਹੜੀ ਸਾਡੀ ਕੁਆਲਿਟੀ ਹੈਗੀ ਆ ਪ੍ਰੋਡਕਟ ਦੀ, ਉਹ ਆਪਣੇ ਆਪ ਹੀ ਜਿਹੜੀ ਆ ਉਹ ਮੇਨਟੇਨ ਹੋ ਜਾਏਗੀ, ਰਾਈਟ। ਸੋ ਹੁਣ ਮੈਂ ਪਿੱਛੇ ਤੁਹਾਡੇ ਨਾਲ ਪਿਛਲੀ ਸਲਾਈਡ ਦੇ ਵਿੱਚ ਡਿਸਕਸ ਕੀਤਾ ਸੀ ਪਰਪਸ, ਸਿਸਟਮ, ਪ੍ਰੋਸੀਜਰਸ, ਉਹ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਨਾ ਹੈ। ਹੁਣ ਅਸੀਂ ਦੇਖਦੇ ਹਾਂ ਸਿਸਟਮ ਕੀ ਹੈ, ਸਿਸਟਮ ਨੂੰ ਕਿਹੜੇ ਤਰੀਕੇ ਦੇ ਨਾਲ ਆਪਾਂ ਅਚੀਵ ਕਰ ਸਕਦੇ ਹਾਂ, ਸਿਸਟਮ ਇੰਡਸਟਰੀ ਦੇ ਵਿੱਚ ਹੈ ਕੀ ਹੈ, ਕੁਆਲਿਟੀ ਮੈਨੇਜਮੈਂਟ ਦੇ ਵਿੱਚ ਉਹਦਾ ਰੋਲ ਕੀ ਹੈਗਾ। ਜਿੰਨੇ ਵੀ ਪ੍ਰੋਸੀਜਰਸ ਆ, ਕੰਮ ਕਰਨ ਦੇ ਤਰੀਕੇ ਜਿਹੜੇ ਹੈਗੇ ਆ, ਕਿਹੜੇ ਕੰਮ ਨੂੰ ਕਿਹੜੇ ਤਰੀਕੇ ਦੇ ਨਾਲ ਕੀਤਾ ਜਾਣਾ, ਰਾਈਟ, ਕੀ ਉਸ ਆਰਗੇਨਾਈਜੇਸ਼ਨ ਦੀ ਕੁਆਲਿਟੀ ਪਾਲਿਸੀ ਆ, ਦੈਟ ਇਜ਼ ਨੋਟ, ਇਹ ਸਭ ਤੋਂ ਵੱਡਾ ਫੈਕਟਰ ਹੈਗਾ ਸਿਸਟਮ ਦੇ ਵਿੱਚ। ਪ੍ਰੋਸੀਜਰਸ ਕੀ ਹੈਗੇ ਆ, ਰਾਈਟ। ਆਡਿਟ ਦਾ ਮਤਲਬ ਜਿਹੜੇ ਮੈਂ ਪ੍ਰੋਸੀਜਰ ਤਿਆਰ ਕਰ ਲਏ ਉਹਦਾ ਮੈਂ ਇੰਟਰਨਲ ਆਡਿਟ ਕਰਨਾ ਆ ਕਿ ਮੇਰਾ ਕੰਮ ਜੋ ਮੈਂ ਕਹਿ ਰਿਹਾ ਉਹਦੇ ਮੁਤਾਬਕ ਹੋ ਰਿਹਾ ਹੈ ਜਾਂ ਨਹੀਂ ਹੁੰਦਾ ਪਿਆ। ਆਡਿਟ ਇਜ਼ ਵੈਰੀ ਇੰਪੋਰਟੈਂਟ। ਅਨਲੈਸ ਔਰ ਅੰਟਿਲ ਵੀ ਆਰ ਨਾਟ ਗੋਇੰਗ ਫॉर ਦੀ ਆਡਿਟ ਤੇ ਮੈਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਮੈਂ ਜੋ ਕਹਿੰਦਾ ਪਿਆ ਕਿ ਉਹ ਮੈਂ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਸੋ ਸੈਕੰਡ ਇਜ਼ ਆਡਿਟ। ਇਹ ਸਾਰਾ ਸਿਸਟਮ ਦੇ ਅੰਡਰ ਕਵਰ ਹੁੰਦਾ। ਦੈਨ ਮੈਨੇਜਮੈਂਟ ਰਿਵਿਊ।
ਹੁਣ ਮੈਨੇਜਮੈਂਟ ਰਿਵਿਊ ਦਾ ਕੀ ਮਤਲਬ ਆ, ਮੈਂ ਕੋਈ ਸਿਸਟਮ ਬਣਾਤਾ, ਰਾਈਟ। ਹੁਣ ਸਿਸਟਮ ਦੇ ਮੈਂ ਆਡਿਟ ਕਰਤੇ ਵੀ ਜੋ ਮੈਂ ਕਹਿ ਰਿਹਾ ਉਹ ਕੰਮ ਹੁੰਦਾ ਪਿਆ ਉਸ ਮੁਤਾਬਕ ਕਿ ਨਹੀਂ ਹੋ ਰਿਹਾ। ਹੁਣ ਮੈਨੇਜਮੈਂਟ ਰਿਵਿਊ ਤੋਂ ਕੀ ਮਤਲਬ ਆ, ਮੈਨੇਜਮੈਂਟ ਨੇ ਇਹ ਫਾਈਂਡ ਆਊਟ ਕਰਨਾ ਆ ਕਿ ਜਿਹੜਾ ਕੰਮ ਹੋ ਰਿਹਾ ਆ ਕਿ ਉਹਦੇ ਵਿੱਚ ਕੁਝ ਐਡ ਆਨ ਕਰਨ ਦੀ ਜ਼ਰੂਰਤ ਤਾਂ ਨਹੀਂ, ਕੋਈ ਡਿਲੀਸ਼ਨ ਕਰਨ ਦੀ ਜ਼ਰੂਰਤ ਤਾਂ ਨਹੀਂ, ਜਾਂ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ, ਕਿ ਸਾਡਾ ਪ੍ਰੋਪਰ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਮੈਨੇਜਮੈਂਟ ਰਿਵਿਊਜ਼ ਵੀ ਬਹੁਤ ਜ਼ਰੂਰੀ ਨੇ। ਸੋ ਆਹ ਦੋ ਗੱਲਾਂ ਹੋ ਗਈਆਂ, ਵਨ ਇਜ਼ ਆਡਿਟ, ਸੈਕੰਡ ਇਜ਼ ਮੈਨੇਜਮੈਂਟ ਰਿਵਿਊ। ਆਡਿਟ ਕੀ ਹੈਗਾ ਕਿ ਕੰਮ ਸਾਡਾ ਐਜ਼ ਪਰ ਪ੍ਰੋਸੀਜਰ ਚੱਲਦਾ ਪਿਆ ਜਾਂ ਨਹੀਂ ਚੱਲਦਾ ਪਿਆ, ਰਾਈਟ। ਮੈਨੇਜਮੈਂਟ ਰਿਵਿਊ ਕੀ ਹੈ ਕਿ ਜਿਹੜਾ ਕੰਮ ਅਸੀਂ ਡਿਫਾਈਨ ਕਰ ਦਿੱਤਾ ਕਿਹੜੇ ਤਰੀਕੇ ਦੇ ਨਾਲ ਕੀਤਾ ਜਾਣਾ ਆ, ਕਿ ਉਹ ਜਿਹੜਾ ਹੈਗਾ ਉਹਦੇ ਵਿੱਚ ਕੁਝ ਚੇਂਜ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ, ਕੁਝ ਐਡ ਆਨ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ, ਕੁਝ ਡਿਲੀਸ਼ਨ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ। ਇਹ ਸਾਨੂੰ ਕਿੱਥੋਂ ਪਤਾ ਲੱਗੂਗਾ, ਜਿਹੜੇ ਐਕਚੁਅਲ ਦੇ ਵਿੱਚ ਉਸ ਪ੍ਰੋਸੈਸ 'ਚ ਇਨਵੋਲਵ ਨੇ ਉਹਨਾਂ ਦੀ ਫੀਡਬੈਕ ਤੋਂ ਸਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਇਹਦੇ ਵਿੱਚ ਕੀ ਹੋਰ ਅਮੈਂਡਮੈਂਟਸ ਕਰਨ ਦੀ ਜ਼ਰੂਰਤ ਹੈ। ਇਹਨੂੰ ਕਹਿੰਦੇ ਨੇ ਮੈਨੇਜਮੈਂਟ ਰਿਵਿਊ। ਇਸ ਸਿਸਟਮ ਦੇ ਵਿੱਚ ਚੀਜ਼ਾਂ ਇਨਵੋਲਵ ਹੁੰਦੀਆਂ, ਇਹ ਚੀਜ਼ਾਂ ਸਾਰੀਆਂ ਨੂੰ ਆਪਾਂ ਕਵਰ ਕਰਾਂਗੇ ਤਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ ਆਪਾਂ ਅਚੀਵ ਕਰ ਸਕਦੇ। ਪ੍ਰੋਸੈਸ ਕੀ ਹੈ, ਕਿਸੇ ਕੰਮ ਨੂੰ ਕਰਨ ਦਾ ਤਰੀਕਾ ਕੀ ਆ ਗਿਆ। ਹੁਣ ਪ੍ਰੋਸੈਸ ਦੀ ਜਦੋਂ ਮੈਂ ਗੱਲ ਕਰਦਾ ਮਾਈਂਡ ਦੇ ਵਿੱਚ ਇੱਕਦਮ ਸਟਰਕ ਹੋ ਜਾਂਦਾ ਕਿ ਆਪਰੇਟਰ ਦੀ ਗੱਲ ਕਰਦੇ ਪਏ ਆ ਸਰ, ਵੀ ਮਸ਼ੀਨ ਨੂੰ ਚਲਾਉਣ ਦਾ ਪ੍ਰੋਸੈਸ ਕੀ ਆ, ਪ੍ਰੋਡਕਸ਼ਨ ਕਰਨ ਦਾ ਪ੍ਰੋਸੈਸ। ਨੋ, ਪ੍ਰੋਸੈਸ ਮੀਨਸ ਚਾਹੇ ਉਹ ਮਾਰਕੀਟਿੰਗ ਕਰਦੇ ਆ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਣੀ ਆ, ਕਸਟਮਰ ਕੋਲੋਂ ਆਪਾਂ ਸਮਾਨ ਡਿਲੀਵਰ ਕਰਨਾ ਕਿਹੜੇ ਤਰੀਕੇ ਦੇ ਨਾਲ ਡਿਲੀਵਰ ਕੀਤਾ ਜਾਣਾ, ਕਿਸੇ ਪ੍ਰੋਡਕਟ ਦੀ ਕੁਆਲਿਟੀ ਚੈੱਕ ਕਰਨੀ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਣੀ ਆ, ਰਾਈਟ। ਸਟੋਰ ਦੇ ਵਿੱਚ ਕੋਈ ਸਮਾਨ ਇਸ਼ੂ ਕਰਾਉਣਾ ਕਿਹੜੇ ਤਰੀਕੇ ਦੇ ਨਾਲ ਕਰਾਉਣਾ ਆ। ਇਹ ਸਾਰੀਆਂ ਪ੍ਰੋਸੈਸਿਸ ਨੇ। ਹੁਣ ਪ੍ਰੋਸੈਸਿਸ ਦੇ ਵਿੱਚ ਜਿਹੜੇ ਇੰਪੋਰਟੈਂਟ ਪੁਆਇੰਟ ਨੇ ਦੈਟ ਇਜ਼ ਵੈਲੀਡੇਸ਼ਨ। ਜਿਹੜੀ ਆਪਾਂ ਪ੍ਰੋਸੈਸ ਤਿਆਰ ਕੀਤੀ ਆ ਉਹ ਵੈਲਿਡ ਹੋਣੀ ਚਾਹੀਦੀ ਹੈ। ਹੁਣ ਵੈਲਿਡ ਦਾ ਕੀ ਮਤਲਬ ਆ, ਉਹ ਲੀਗਲੀ ਔਰ ਅਫੀਸ਼ੀਅਲੀ ਅਸੈਪਟੇਬਲ ਹੋਣੀ ਚਾਹੀਦੀ ਹੈ। ਜਿਹੜੀ ਵੀ ਆਪਾਂ ਉਹ ਵੈਲਿਡ ਹੈਗੀ ਆ, ਪਹਿਲਾਂ ਆਪਾਂ ਦੇਖਾਂਗੇ ਜਿਹੜਾ ਆਪਾਂ ਪ੍ਰੋਸੈਸ ਤਿਆਰ ਕੀਤਾ ਕੀ ਉਹ ਵੈਲਿਡ ਆ, ਅਫੀਸ਼ੀਅਲੀ ਅਸੈਪਟਡ ਹੈਗਾ ਜਾਂ ਨਹੀਂ ਹੈਗਾ, ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ, ਉਹਦੇ 'ਚ ਕੋਈ ਲੀਗਲ ਹਿੱਚ ਤਾਂ ਨਹੀਂ ਆ ਜਾਣਗੀਆਂ, ਰਾਈਟ। ਵਰਕ ਇੰਸਟਰਕਸ਼ਨਸ, ਕੰਮ ਕਰਨ ਦੀਆਂ ਇੰਸਟਰਕਸ਼ਨਸ ਕੀ ਹੈਗੀਆਂ ਮੈਂ ਡਿਫਾਈਨ ਕਰਾਂਗਾ। ਸੈਟਅਪ ਵੈਰੀਫਿਕੇਸ਼ਨ, ਜਦੋਂ ਮੇਰਾ ਕੰਮ ਚੱਲਦਾ ਪਿਆ ਆ ਮੈਂ ਵੈਰੀਫਾਈ ਕਰਨਾ ਆ ਕਿ ਉਹ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਪਿਆ ਹੈ ਜਾਂ ਨਹੀਂ ਕੰਮ ਕਰਦਾ ਪਿਆ, ਜਾਂ ਜਦੋਂ ਮੈਂ ਕੋਈ ਕੰਮ ਸਟਾਰਟ ਕਰਨਾ ਉਹਦਾ ਸਟਾਰਟ ਮੈਂ ਸਹੀ ਤਰੀਕੇ ਦੇ ਨਾਲ ਕਰ ਲਿਆ ਜਾਂ ਨਹੀਂ ਕਰ ਲਿਆ। ਇਹ ਸੈਟਅਪ ਵੈਰੀਫਿਕੇਸ਼ਨਸ ਆ। ਜੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚੈੱਕ ਹੀ ਨਹੀਂ ਕਰਦਾ ਪਿਆ ਵੀ ਮੈਂ ਸਟਾਰਟ ਠੀਕ ਲੈ ਗਿਆ ਜਾਂ ਨਹੀਂ ਲੈ ਲਿਆ, ਫਿਰ ਤਾਂ ਮੈਨੂੰ ਪਤਾ ਹੀ ਨਹੀਂ ਕਿ ਮੈਂ ਐਂਡ ਗੋਲ ਤੇ ਪਹੁੰਚ ਪਾਊਂਗਾ ਕਿ ਨਹੀਂ ਪਹੁੰਚ ਪਾਊਂਗਾ, ਰਾਈਟ। ਸੋ ਕੀ ਹੋ ਗਿਆ, ਸਭ ਤੋਂ ਪਹਿਲਾਂ ਵੈਲੀਡੇਸ਼ਨ ਕਿ ਜਿਹੜਾ ਮੈਂ ਪ੍ਰੋਸੈਸ ਤਿਆਰ ਕਰਦਾ ਪਿਆ ਜੋ ਰਿਟਨ ਫਾਰਮ ਦੇ ਵਿੱਚ ਲੈ ਕੇ ਆ ਰਿਹਾ ਕਿ ਉਹ ਲੀਗਲੀ ਜਾਂ ਅਫੀਸ਼ੀਅਲੀ ਅਸੈਪਟੇਬਲ ਹੈਗਾ ਜਾਂ ਨਹੀਂ ਹੈਗਾ। ਵਰਕ ਇੰਸਟਰਕਸ਼ਨਸ ਮੇਰੀਆਂ ਜਿਹੜੀਆਂ ਕਿਹੜੀਆਂ ਹੈਗੀਆਂ ਨੇ, ਜੋ ਮੈਂ ਵਰਕ ਇੰਸਟਰਕਸ਼ਨਸ ਦਿੱਤੀਆਂ ਨੇ ਸਟਾਰਟਅਪ ਵੈਰੀਫਿਕੇਸ਼ਨਸ ਵੇਲੇ ਉਹ ਚੈੱਕ ਕਰਨੀਆਂ ਕਿ ਸਾਰੀਆਂ ਕੰਮ ਕਰਦੀਆਂ ਪਈਆਂ ਮੇਰੇ ਮੁਤਾਬਿਕ। ਇਨ ਪ੍ਰੋਸੈਸ ਵੈਰੀਫਿਕੇਸ਼ਨਸ ਦਾ ਮਤਲਬ ਆ ਜਦੋਂ ਮੈਂ ਪ੍ਰੋਸੈਸ ਨੂੰ ਰਨ ਕਰ ਦਿੱਤਾ, ਇਨ ਬਿਟਵੀਨ ਮੈਂ ਚੈੱਕ ਕਰਨਾ ਕਿ ਐਜ਼ ਪਰ ਪ੍ਰੋਸੀਜਰ ਮੇਰਾ ਜਿਹੜਾ ਕੰਮ ਹੁੰਦਾ ਪਿਆ ਜਾਂ ਨਹੀਂ, ਕਿ ਮੈਂ ਉਹ ਆਪਣੇ ਪਾਥ ਤੋਂ ਇੱਧਰ ਉੱਧਰ ਹੋ ਗਿਆ, ਕਿ ਮੈਂ ਆਪਣੀ ਲਾਈਨ ਨੂੰ ਛੱਡ ਦਿੱਤਾ, ਰਾਈਟ। ਸੋ ਮੈਂ ਇਨ ਪ੍ਰੋਸੈਸ ਵੈਰੀਫਿਕੇਸ਼ਨਸ ਕਰਨੀਆਂ ਨੇ ਜੋ ਮੈਂ ਕਰਦਾ ਪਿਆ ਕਿ ਉਸੇ ਹੀ ਲਾਈਨ ਤੇ ਉਸੇ ਹੀ ਪ੍ਰੋਸੀਜਰ ਦੇ ਮੁਤਾਬਿਕ ਕਰਦਾ ਪਿਆ ਕਿ ਡਾਇਵਰਟ ਹੋ ਗਿਆ ਆਪਣੀ ਲਾਈਨ ਤੋਂ। ਇਨ ਪ੍ਰੋਸੈਸ ਵੈਰੀਫਿਕੇਸ਼ਨ, ਇਹ ਸਾਰਾ ਕੁਝ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਏਗਾ ਔਰ ਸਾਰੀਆਂ ਤਰੀਕਾਂ ਨੂੰ ਆਪਾਂ ਸਾਰੀਆਂ ਜਿਹੜੇ ਪੁਆਇੰਟਸ ਹੈਗੇ ਉਹਨਾਂ ਨੂੰ ਕਵਰ ਕਰਾਂਗੇ ਤਾਂ ਦੈਨ ਵੀ ਵਿਲ ਗੋ ਟੂ ਦੀ ਕੁਆਲਿਟੀ ਮੈਨੇਜਮੈਂਟ ਸਿਸਟਮ ਅਚੀਵਮੈਂਟ। ਹੁਣ ਪ੍ਰੋਡਕਟ ਦੇ ਵਿੱਚ ਕੀ ਹੈ, ਪ੍ਰੋਡਕਟ ਤਾਂ ਸਾਡਾ ਮੇਜਰ ਫੈਕਟਰ ਹੈਗਾ, ਉਹਦੇ ਵਿੱਚ ਵੀ ਵੈਲੀਡੇਸ਼ਨ ਆ ਗਈ ਕਿ ਜਿਹੜਾ ਆਪਾਂ ਪ੍ਰੋਡਕਟ ਤਿਆਰ ਕਰਦੇ ਪਏ ਉਹ ਲੀਗਲੀ ਜਾਂ ਅਫੀਸ਼ੀਅਲੀ ਅਸੈਪਟੇਬਲ ਹੈਗਾ, ਰਾਈਟ। ਮਟੀਰੀਅਲ ਟੈਸਟ, ਕਿਹੜਾ ਉਹਦੇ ਵਿੱਚ ਮਟੀਰੀਅਲ ਲੱਗਦਾ ਪਿਆ ਆ ਉਹਦਾ ਟੈਸਟ ਕਰਨਾ ਕਿ ਉਹ ਫਾਈਨ ਹੈਗਾ ਜਾਂ ਨਹੀਂ ਹੈਗਾ, ਜਾਂ ਜਦੋਂ ਅਸੀਂ ਪ੍ਰੋਡਕਟ ਤਿਆਰ ਕਰ ਦਿੱਤਾ ਫਾਈਨਲ ਇਨਸਪੈਕਸ਼ਨ ਬਿਫੋਰ ਡਿਸਪੈਚ ਕਰਨੀ ਆ ਕਿ ਆਪਾਂ ਮਟੀਰੀਅਲ ਨੂੰ ਚੈੱਕ ਕਰ ਲਈਏ ਪਹਿਲਾਂ ਜਿਹੜਾ ਤਿਆਰ ਕੀਤਾ ਵੀ ਐਜ਼ ਪਰ ਸਪੈਸੀਫਿਕੇਸ਼ਨਸ ਐਜ਼ ਪਰ ਰਿਕੁਆਇਰਮੈਂਟ ਹੋ ਗਿਆ ਜਾਂ ਨਹੀਂ ਹੋ ਗਿਆ। ਪ੍ਰੀ ਡਿਸਪੈਚ ਇਨਸਪੈਕਸ਼ਨ, ਇਹ ਬੜਾ ਜ਼ਰੂਰੀ ਹੈ। ਪ੍ਰੀ ਡਿਸਪੈਚ ਇਨਸਪੈਕਸ਼ਨ ਜਿਹੜਾ ਮੈਂ ਕੁਆਲਿਟੀ ਅਸ਼ੋਰੈਂਸ ਦੀ ਤੁਹਾਡੇ ਨਾਲ ਗੱਲ ਕੀਤੀ ਸੀਗੀ। ਸੋ ਕੋਈ ਵੀ ਮਟੀਰੀਅਲ ਜਦੋਂ ਤਿਆਰ ਹੋ ਜਾਂਦਾ ਆ ਉਹਦੀ ਇੱਕ ਅਸੀਂ ਅਸ਼ੋਰੈਂਸ ਚੈੱਕ ਕਰਦੇ ਹਾਂ ਕਿ ਐਜ਼ ਪਰ ਸਪੈਸੀਫਿਕੇਸ਼ਨਸ ਤਿਆਰ ਆ, ਸਾਰੀਆਂ ਚੀਜ਼ਾਂ ਉਹਦੇ ਵਿੱਚ ਕਵਰ ਹੁੰਦੀਆਂ ਪਈਆਂ ਨਹੀਂ ਹੁੰਦੀਆਂ ਪਈਆਂ,
ਪ੍ਰੋਪਰਲੀ ਸਟੈਗ ਹੋ ਗਿਆ ਜਾਂ ਨਹੀਂ ਹੋ ਗਿਆ, ਉਸ ਤੋਂ ਬਾਅਦ ਉਹਦੇ ਤੇ ਇੱਕ QA ਦੀ ਸਟੈਂਪ ਲੱਗਦੀ ਆ, ਉਹ ਪ੍ਰੀ ਡਿਸਪੈਚ ਇਨਸਪੈਕਸ਼ਨ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਪ੍ਰੋਡਕਟ ਦੇ ਨਾਲ ਰਿਲੇਟਡ ਹੈਗੀਆਂ। ਲੇਆਊਟ ਇਨਸਪੈਕਸ਼ਨ ਵੀ ਉਹਦੇ ਚ ਆ ਗਿਆ। ਜੋ 4 ਚੀਜ਼ਾਂ ਇਹਦੇ ਚ ਹੋ ਗਈਆਂ, ਵੈਲੀਡੇਸ਼ਨ, ਮਟੀਰੀਅਲ ਟੈਸਟ, ਪ੍ਰੀ ਡਿਸਪੈਚ ਇਨਸਪੈਕਸ਼ਨ, ਲੇਆਊਟ ਇਨਸਪੈਕਸ਼ਨ, ਇਹ ਸਾਰਾ ਕੁਝ ਪ੍ਰੋਡਕਟ ਦੇ ਅੰਡਰ ਕਵਰ ਹੋ ਗਿਆ। ਹੁਣ ਮੈਂ ਦੇਖਣਾ ਐਪਲੀਕੇਸ਼ਨਸ। ਮੈਂ ਪਹਿਲਾਂ ਹੀ ਗੱਲ ਕੀਤੀ ਸੀ, ਇਹ ਸਾਰੇ ਪੁਆਇੰਟ ਮੈਂ ਪਹਿਲਾਂ ਦੱਸ ਚੁੱਕਾ ਸਾਨੂੰ। ਇਹ ਸਾਰੀਆਂ ਚੀਜ਼ਾਂ ਦੀ ਮੈਨੇਜਮੈਂਟ ਕਰਕੇ ਆਪਾਂ ਕਿਸੇ ਗੋਲ ਨੂੰ ਅਚੀਵ ਕਰਨਾ, ਉਹ ਕੁਆਲਿਟੀ ਮੈਨੇਜਮੈਂਟ ਸਿਸਟਮ ਕਹਾਂਦਾ। ਇਹਦੇ ਵਿੱਚ ਐਪਲੀਕੇਸ਼ਨਸ ਦੇ ਵਿੱਚ ਸਪੈਸੀਫਿਕੇਸ਼ਨਸ ਆ ਗਈਆਂ, ਜਿਹੜਾ ਆਪਾਂ ਪ੍ਰੋਡਕਟ ਤਿਆਰ ਕਰਦੇ ਆ ਉਹਦੇ ਸਪੈਸੀਫਿਕੇਸ਼ਨਸ ਕਿਹੜੀਆਂ ਹੈਗੀਆਂ ਨੇ, ਉਹਨੂੰ ਕਿਹੜੇ ਤਰੀਕੇ ਦੇ ਨਾਲ ਆਪਾਂ ਮੇਨਟੇਨ ਕਰਨਾ ਆ। ਵਾਰੰਟੀ ਐਗਰੀਮੈਂਟ, ਤੁਹਾਨੂੰ ਪਤਾ ਹੈ ਵਾਰੰਟੀ ਹੁੰਦੀ ਹੈ, ਇੱਕ ਗਾਰੰਟੀ ਹੁੰਦੀ ਹੈ। ਜੇ ਆਪਾਂ ਕਸਟਮਰ ਨੂੰ ਕੋਈ ਵਾਰੰਟੀ ਦਿੱਤੀ ਆ, ਉਹ ਐਗਰੀਮੈਂਟ ਦੇ ਵਿੱਚ ਅਸੀਂ ਕੀ ਲਿਖਿਆ ਹੋਇਆ, ਕੀ ਲਿਖਿਆ ਜਾਣਾ ਆ, ਜੋ ਅਸੀਂ ਅਚੀਵ ਕਰ ਸਕਦੇ ਹਾਂ। ਅਸੀਂ ਕਦੀ ਰੋਂਗ ਕਮਿਟਮੈਂਟਸ ਨਹੀਂ ਕਸਟਮਰ ਨਾਲ ਕਰ ਸਕਦੇ। ਅਸੀਂ ਉਹਨੂੰ ਕਹਿ ਦਈਏ ਇੰਨੀ ਤਰੀਕ ਜਿਹੜੀ ਹੈਗੀ ਆ ਜੀ 4 ਸਾਲ ਦੀ ਵਾਰੰਟੀ ਹੈਗੀ ਆ, ਮੁੜ ਕੇ ਮੇਰੀ ਵਾਰੰਟੀ ਜਿਹੜੀ ਫੁੱਲਫਿਲ ਹੀ ਨਾ ਹੋ ਸਕੇ ਮੇਰੇ ਕੋਲੋਂ। ਸੋ ਵਾਰੰਟੀ ਐਗਰੀਮੈਂਟ ਨੂੰ ਪ੍ਰੋਪਰਲੀ ਆਪਾਂ ਮੇਨਟੇਨ ਕਰਨਾ, ਕਿਹੜੇ ਤਰੀਕੇ ਦੇ ਨਾਲ ਉਹਨੂੰ ਡਰਾਫਟ ਕਰਨਾ, ਕਿਹੜੇ ਤਰੀਕੇ ਦੇ ਨਾਲ ਆਪਾਂ ਵਾਰੰਟੀ ਐਗਰੀਮੈਂਟ ਜਿਹੜੇ ਸਾਈਨ ਕਰਨੇ ਨੇ। ਫੈਕਟਰ ਆਫ ਸੇਫਟੀ ਬਹੁਤ ਇੰਪੋਰਟੈਂਟ ਪੁਆਇੰਟ ਆ। ਡਿਸਪੈਚ ਕਰਨ ਤੋਂ ਪਹਿਲੇ ਜਿਹੜਾ ਪ੍ਰੋਡਕਟ ਅਸੀਂ ਤਿਆਰ ਕੀਤਾ ਪਿਆ ਹੋਇਆ, ਉਹਨੂੰ ਆਪਾਂ ਉਹਦੀ ਸੇਫਟੀ ਚੈੱਕ ਕਰਨੀ ਆ ਕਿ ਕਿਤੇ ਇਹ ਫੇਲ ਤਾਂ ਨਹੀਂ ਹੋ ਰਿਹਾ। ਮੰਨ ਲਓ ਅਸੀਂ ਕੋਈ ਬ੍ਰੇਕ ਸਿਸਟਮ ਬਣਾਤਾ, ਰਾਈਟ। ਹੁਣ ਬ੍ਰੇਕ ਸਿਸਟਮ ਅਸੀਂ ਬਣਾਤਾ, ਉਹ ਅਸੀਂ ਇਦਾਂ ਹੀ ਵਿਦਆਊਟ ਇਨਸਪੈਕਸ਼ਨ, ਉਹਨੂੰ ਆਪਾਂ ਅੰਦਰ ਚੈੱਕ ਹੀ ਨਹੀਂ ਕੀਤਾ ਬ੍ਰੇਕਸ ਨੂੰ, ਰਾਈਟ। ਉਹ ਅੱਗੇ ਜਾ ਕੇ ਕਿਸੇ ਕਾਰ ਦੇ ਵਿੱਚ ਅਸੀਂ ਫਿੱਟ ਕਰ ਦਿੱਤਾ, ਉਹ ਹਫਤੇ ਬਾਅਦ ਹੀ ਫੇਲ ਹੋ ਗਿਆ, ਜਿਹੜਾ ਇੱਕ ਮੇਜਰ ਐਕਸੀਡੈਂਟ ਕਾਜ਼ ਹੋ ਸਕਦਾ, ਬਹੁਤ ਵੱਡੇ ਪ੍ਰੋਬਲਮ ਦੇ ਵਿੱਚ, ਬਹੁਤ ਵੱਡੀ ਲਿਟੀਗੇਸ਼ਨ ਦੇ ਵਿੱਚ ਇੰਡਸਟਰੀ ਆ ਸਕਦੀ ਆ। ਸੋ ਫੈਕਟਰ ਆਫ ਸੇਫਟੀ ਦਾ ਮਤਲਬ ਜਿੰਨੀ ਦੇਰ ਕੋਈ ਪ੍ਰੋਡਕਟ ਚੱਲਣਾ ਆ, ਜਿੰਨੀ ਮੈਂ ਉਹਦੀ ਵਾਰੰਟੀ ਦਿੰਦਾ ਪਿਆ, ਉਹ ਪਹਿਲਾਂ ਇੰਡਸਟਰੀ ਦੇ ਵਿੱਚ ਆਪਾਂ ਉਹਨੂੰ ਪ੍ਰੂਵ ਕਰਕੇ ਦੇਖਣਾ ਹੈ ਕਿ ਉਸੇ ਮੁਤਾਬਕ ਫੈਕਟਰ ਆਫ ਸੇਫਟੀ ਮੇਰਾ ਕੰਮ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ। ਹੁਣ ਹਿਊਮਨ ਰਿਸੋਰਸਿਸ ਆ ਗਿਆ। ਹਿਊਮਨ ਰਿਸੋਰਸਿਸ ਦੀ ਮੈਨੇਜਮੈਂਟ भी बहुत जरूरी है। क्वालिटी मैनेजमेंट सिस्टम कहता कि ह्यूमन रिसोर्सिस की मैनेजमेंट प्रॉपर होनी चाहिए। ये सब तो पहला पॉइंट जो लिखा दैट इज वैल्यू सिस्टम। जेडे लोग काम करते पे इंडस्ट्री दे विच, हुण हर तरह के काम, एक सेकंड बैठे, एक सेकंड बच्चों, राइट। ਹੁਣ ਜਿਹੜੇ ਬੱਚੇ ਕੋਈ ਕੰਮ ਕਰਦੇ ਪਏ, ਰਾਈਟ, ਸੌਰੀ, ਜਿਹੜੇ ਵਰਕਰ ਕੋਈ ਕੰਮ ਕਰਦੇ ਪਏ ਆ, ਉਹਨਾਂ ਨੂੰ ਵੈਲਿਊ ਕਰਨਾ, ਐਪਰੀਸ਼ੀਏਟ ਕਰਨਾ। ਜੇ ਦੇਖੋ ਕੋਈ ਕੰਮ ਕਰਦਾ ਪਿਆ ਵਧੀਆ, ਜਿੱਦਾਂ ਮੇਰੇ ਸਟੂਡੈਂਟਸ ਵੀ ਕੋਈ ਕਈ ਵਾਰੀ ਇੰਸਟੀਚਿਊਟ ਦੇ ਵਿੱਚ ਵਧੀਆ ਕੰਮ ਕਰਦੇ ਆ, ਤੁਸੀਂ ਕੰਮ ਕੰਟੀਨਿਊਸਲੀ ਕਰੀ ਜਾਂਦੇ ਹੋ, ਨੰਬਰ ਵੀ ਵਧੀਆ ਲਈ ਜਾਂਦੇ ਹੋ, ਪਰ ਤੁਹਾਨੂੰ ਟੀਚਰ ਵੱਲੋਂ ਕੋਈ ਐਪਰੀਸ਼ੀਏਸ਼ਨ ਹੀ ਨਹੀਂ ਹੈਗੀ, ਰਾਈਟ। ਕਦੀ ਉਹਨਾਂ ਨੇ ਮਾਰਨਿੰਗ ਪ੍ਰੇਅਰ ਦੇ ਵਿੱਚ, ਕਦੀ ਕਲਾਸ ਦੇ ਵਿੱਚ ਤੁਹਾਡੇ ਲਈ ਕਲੈਪ ਨਹੀਂ ਹੋਈ, ਉਹਦੇ ਨਾਲ ਕੀ ਹੁੰਦਾ, ਥੋੜੀ ਦੇਰ ਬਾਅਦ ਤੁਸੀਂ ਡੀਮੋਟੀਵੇਟ ਹੋ ਜਾਂਦੇ ਹੋ, ਆਪਣੀ ਜਿਹੜੀ ਹਾਰਡ ਵਰਕ ਹੈਗਾ ਉਹਨੂੰ ਲੂਜ਼ ਕਰ ਜਾਂਦੇ ਹੋ। ਇਸੇ ਤਰ੍ਹਾਂ ਇੰਡਸਟਰੀ ਦੇ ਵਿੱਚ ਜਿਹੜਾ ਵਰਕਰ ਕੰਮ ਕਰਦਾ ਪਿਆ ਆ, ਉਹ ਕਈ ਵਰਕਰ ਬਹੁਤ ਵਧੀਆ ਕੰਮ ਕਰਦੇ ਆ, ਕਈ ਵਰਕਰ ਇੰਨੇ ਵਧੀਆ ਕੰਮ ਨਹੀਂ ਕਰਦੇ ਪਏ। ਹੁਣ ਜਿਹੜੇ ਵਰਕਰ ਵਧੀਆ ਕੰਮ ਕਰਦੇ ਪਏ ਆ, ਉਹਨੂੰ ਵੈਲਿਊ ਤਾਂ ਕਰਨਾ ਨਾ, ਉਹਨੂੰ ਐਪਰੀਸ਼ੀਏਟ ਤਾਂ ਕਰਨਾ। ਕਿਹੜੇ ਜਿਹੜੇ ਮਰਜ਼ੀ ਤਰੀਕੇ ਨਾਲ ਕਰੀਏ ਆਪਾਂ, 4 ਬੰਦਿਆਂ ਦੇ ਵਿੱਚ ਉਹਨਾਂ ਨੂੰ ਚਾਹੇ ਕੋਈ ਸਰਟੀਫਿਕੇਟ ਦਈਏ, ਚਾਹੇ ਉਹਨਾਂ ਨੂੰ ਐਡੀਸ਼ਨਲ ਕੋਈ ਫਾਈਨੈਂਸ਼ੀਅਲ ਬੈਨੀਫਿਟ ਦਈਏ, ਉਹਨਾਂ ਨੂੰ ਵੈਲਿਊ ਕਰਨਾ ਚਾਹੀਦਾ, ਉਹਨਾਂ ਦੀ ਇੱਜ਼ਤ ਮਾਣ ਹੋਣਾ ਚਾਹੀਦਾ। ਕੈਰੀਅਰ ਪਾਥ ਬੜਾ ਜ਼ਰੂਰੀ ਆ। ਵਰਕਰ ਨੇ ਜੁਆਇਨ ਕਰ ਲਿਆ, EMPLOYEE ਨੇ ਜੁਆਇਨ ਕਰ ਲਿਆ, ਉਹਦਾ ਕੈਰੀਅਰ ਪਾਥ, ਪ੍ਰਮੋਸ਼ਨਸ ਜਿਹਨੂੰ ਕਹਿੰਦੇ ਆਪਾਂ। ਹੁਣ ਮੈਂ ਐਜ਼ ਏ ਵਰਕਰ ਜੁਆਇਨ ਕੀਤਾ ਆ, ਮੈਂ ਅਸਿਸਟੈਂਟ ਫੋਰਮੈਨ, ਸੁਪਰਵਾਈਜ਼ਰ, ਅਸਿਸਟੈਂਟ ਇੰਜੀਨੀਅਰ, ਜਿੰਨਾ ਤੱਕ ਮੇਰਾ ਇੱਕ ਕੈਰੀਅਰ ਪਾਥ ਹੀ ਨਹੀਂ ਡਿਫਾਈਨ ਹੈਗਾ ਆ, ਉਨੀ ਦੇਰ ਜਿਹੜਾ ਮੈਂ ਜਿਹੜਾ ਸੈਟਿਸਫਾਈਡ ਨਹੀਂ ਹੋ ਸਕਦਾ ਮੇਰਾ ਵਰਕਰ। ਟ੍ਰੇਨਿੰਗ ਬਹੁਤ ਇੰਪੋਰਟੈਂਟ ਆ। ਟ੍ਰੇਨਿੰਗ ਦੇ ਵਿੱਚ ਕੀ ਚੀਜ਼ਾਂ ਕਵਰ ਹੁੰਦੀਆਂ ਪਈਆਂ, ਜਿਹੜੇ EMPLOYEES ਇੰਡਸਟਰੀ ਨੂੰ ਜੁਆਇਨ ਕਰਦੇ ਨੇ, ਸੇ ਤੁਸੀਂ ITI ਕਰਕੇ, ਡਿਪਲੋਮਾ ਕਰਕੇ, ਜਾਂ ਹੋਰ ਕਿਸੇ ਤਰੀਕੇ ਦੇ ਨਾਲ ਜਿਹੜੀ ਕੁਆਲੀਫਿਕੇਸ਼ਨ ਕਰਕੇ ਤੁਸੀਂ ਇੰਡਸਟਰੀ ਨੂੰ ਜੁਆਇਨ ਕਰ ਲਿਆ, ਰਾਈਟ, ਔਰ ਤੁਹਾਡੀ ਕੁਆਲੀਫਿਕੇਸ਼ਨ ਤਾਂ ਉਨੀ ਹੈ। ਟਾਈਮ ਟੂ ਟਾਈਮ ਜੇ ਤੁਹਾਡੀ ਕੁਆਲੀਫਿਕੇਸ਼ਨ ਇਨਹਾਂਸ ਨਾ ਹੋਈ, ਤੁਹਾਡੇ ਕੋਲ ਸ਼ਾਰਟ ਟਰਮ ਕੋਰਸਿਸ ਨਾ ਕੋਈ ਕਰਵਾਏ ਗਏ, ਤੁਹਾਨੂੰ ਕੋਈ ਟ੍ਰੇਨਿੰਗਸ ਨਾ ਦਿੱਤੀਆਂ ਗਈਆਂ, ਤੁਹਾਡੀ ਨੌਲੇਜ ਤਾਂ ਜਿਹੜੀ ਲਿਮਿਟਡ ਹੋ ਜਾਊਗੀ। ਔਰ ਹਿਊਮਨ ਰਿਸੋਰਸਿਸ ਤਾਂ ਹੀ ਡਿਵੈਲਪ ਹੁੰਦੇ ਆ ਜੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਕੰਟੀਨਿਊਸਲੀ ਚੱਲਦੀ ਰਹੇ, ਰਾਈਟ।
ਸੋ ਟ੍ਰੇਨਿੰਗ ਵੀ ਹਿਊਮਨ ਰਿਸੋਰਸਿਸ ਦੇ ਲਈ ਇੰਡਸਟਰੀ ਦੇ ਵਿੱਚ ਬਹੁਤ ਜ਼ਰੂਰੀ ਆ, ਤਾਂ ਜੋ ਉਹਨਾਂ ਦੀ ਨੌਲੇਜ ਜਿਹੜੀ ਹੈਗੀ ਆ ਲੇਟੈਸਟ ਟੈਕਨੋਲੋਜੀ ਦੇ ਨਾਲ ਸੰਬੰਧਿਤ ਇਨਹਾਂਸ ਹਮੇਸ਼ਾ ਹੁੰਦੀ ਰਹੇ। ਹੁਣ ਟੈਕਨੋਲੋਜੀ ਤਾਂ ਚੇਂਜ ਹੁੰਦੀ ਰਹਿੰਦੀ, ਸਾਲ ਬਾਅਦ ਚੇਂਜ ਹੋ ਗਈ, 6 ਮਹੀਨੇ ਬਾਅਦ ਚੇਂਜ ਹੋ ਗਈ, 2 ਸਾਲ ਬਾਅਦ ਚੇਂਜ ਹੋ ਗਈ। ਹੁਣ ਅਸੀਂ ਉਹ ਪੁਰਾਣੀਆਂ ਮਸ਼ੀਨਾਂ ਨੂੰ ਅਪਡੇਟ ਕਰਨਾ, ਉਹ ਨਵੀਆਂ ਮਸ਼ੀਨਾਂ ਨੂੰ ਚਲਾਉਣ ਦੇ ਤਰੀਕੇ, ਉਹਨਾਂ ਦੀ ਮੇਨਟੇਨੈਂਸ, ਉਹਨਾਂ ਦੇ ਡਿਜ਼ਾਈਨ, ਸਾਰੇ ਉਹ ਟ੍ਰੇਨਿੰਗ ਹੋਊਗੀ ਤਾਂ ਆਪਾਂ ਕਰ ਸਕਾਂਗੇ ਨਾ। ਇਸ ਕਰਕੇ ਹਿਊਮਨ ਰਿਸੋਰਸਿਸ ਦੀ ਮੈਨੇਜਮੈਂਟ ਦੇ ਵਿੱਚ ਟ੍ਰੇਨਿੰਗ ਪਾਰਟ ਬਹੁਤ ਵੱਡਾ ਰੋਲ ਪਲੇ ਕਰਦਾ। ਇੰਪਾਵਰਮੈਂਟ, ਪਾਵਰਸ ਦੇਣੀਆਂ। ਹੁਣ ਮੈਂ ਕੰਮ ਤਾਂ ਕਰਦਾ ਪਿਆ, ਮੇਰੇ ਥੱਲੇ 10 ਬੰਦੇ ਕੰਮ ਕਰਦੇ ਪਏ, ਮੇਰੇ ਕੋਲ ਮੈਂ ਇੰਪਾਵਰ ਤਾਂ ਮੈਨੂੰ ਕੀਤਾ ਹੀ ਨਹੀਂ, ਮੈਂ ਤਾਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ, ਰਾਈਟ। ਹੁਣ ਇੰਪਾਵਰਮੈਂਟ ਵੀ ਬਹੁਤ ਜ਼ਰੂਰੀ ਹੈਗੀ। ਹੁਣ ਕਿਹੜੀਆਂ ਗੱਲਾਂ ਹਿਊਮਨ ਰਿਸੋਰਸਿਸ ਦੇ ਵਿੱਚ ਕਵਰ ਹੁੰਦੀਆਂ ਜਿਹਦੇ ਨਾਲ ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ ਅਚੀਵ ਕਰਦੇ ਹਾਂ? that is a value system, career path, training and empowerment. ਸੋ ਥੋੜਾ ਜਿਹਾ ਜਿੰਨਾ ਕੁ ਮੈਂ ਕਵਰ ਕਰ ਲਿਆ ਉਹਨਾਂ ਫਟਾਫਟ ਰੀਕਾਲ ਕਰਦੇ ਹਾਂ। ਕੀ ਕੀਤਾ ਮੈਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ? ਮੈਂ ਪਰਪਸਿਸ ਤੁਹਾਨੂੰ ਦੱਸਿਆ ਕੀ ਹੁੰਦਾ, ਸਿਸਟਮਸ ਦੇ ਵਿੱਚ ਕੀ ਕਵਰ ਹੁੰਦਾ, ਪ੍ਰੋਸੈਸਿਸ ਕਿਹੜੀ ਦੇ ਵਿੱਚ ਕਿਵੇਂ ਆਪਾਂ ਅਚੀਵ ਕਰਨਾ ਨੇ, ਪ੍ਰੋਡਕਟ ਹੋ ਗਿਆ, ਐਪਲੀਕੇਸ਼ਨਸ ਹੋ ਗਿਆ ਐਂਡ ਹਿਊਮਨ ਰਿਸੋਰਸਿਸ। ਇਹ ਮੈਂ ਤੁਹਾਡੇ ਨਾਲ ਕਰ ਲਿਆ। ਹੁਣ ਅਸੀਂ ਅੱਗੇ ਚੱਲਦੇ ਹਾਂ। ਸੋ ਹੁਣ ਅਸੀਂ ਡਿਟੇਲ ਦੇ ਵਿੱਚ ਪੜ੍ਹਨਾ ਆ ਅਗਲੇ ਪੁਆਇੰਟ ਜਿਹੜੇ ਆ, ਵਾਟ ਇਜ਼ ਕੁਆਲਿਟੀ ਮੈਨੇਜਮੈਂਟ ਸਿਸਟਮ। ਡਿਟੇਲ ਦੇ ਵਿੱਚ ਪੜਾਂਗੇ। ਮੈਂ ਥੋੜਾ ਇੰਟਰੋਡਕਟਰੀ ਤੌਰ ਤੇ ਤੁਹਾਨੂੰ ਦੱਸ ਦਿੱਤਾ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਹੁੰਦਾ। ਹੁਣ ਆਪਾਂ ਡਿਟੇਲ ਦੇ ਵਿੱਚ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ ਡਿਸਕਸ ਕਰਾਂਗੇ। ਵਾਟ ਇਜ਼ ISO, ਬਹੁਤ ਇੰਪੋਰਟੈਂਟ ਅੱਜ ਦਾ ਮੇਰਾ ਪਾਰਟ। ISO ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਪਤਾ ਲੱਗੇਗਾ ਔਰ ਬੜਾ ਮਜ਼ਾ ਆਏਗਾ ਸੁਣ ਕੇ। ਇਨੀਸ਼ੀਏਸ਼ਨ ਆਫ ISO ਦੀ ਇਨੀਸ਼ੀਏਸ਼ਨ ਕਿਸ ਤਰੀਕੇ ਦੇ ਨਾਲ ਹੋਈ। ਵਾਟ ਇਜ਼ ISO 9001, ISO 9001 timeline, ISO 9000 family, management principles and benefit of ISO। basically ਜਿਹੜਾ quality management system ਆ that includes ISO, right। ISO ਨੂੰ ਆਪਾਂ ਡਿਟੇਲ ਚ ਜਾ ਕੇ ਪੜਾਂਗੇ ਕੀ ਹੈਗਾ, ਅੱਗੇ ਜਾ ਕੇ ਮੈਂ ਦੱਸਦਾ। ਫਿਲਹਾਲ ਤੁਸੀਂ ਇੰਨਾ ਹੀ ਮਾਈਂਡ ਚ ਰੱਖਣਾ ਕਿ ISO ਕੋਈ ਚੀਜ਼ ਹੈਗੀ ਹੈ, ਅੱਗੇ ਜਾ ਕੇ ਮੈਂ ਐਕਸਪਲੇਨ ਕਰਾਂਗਾ। ਸੋ ਪਹਿਲਾਂ ਆਪਾਂ ਪੜਾਂਗੇ what is, ਇਸੇ ਤਰੀਕੇ ਦੇ ਨਾਲ ਆਪਾਂ ਇਸੇ ਸੀਕੁਐਂਸ ਦੇ ਅੱਗੇ ਪ੍ਰੋਸੀਡ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੁਆਲਿਟੀ ਮੈਨੇਜਮੈਂਟ ਸਿਸਟਮ। ਥੋੜਾ ਜਿਹਾ ਮੈਂ ਤੁਹਾਨੂੰ ਦੱਸ ਵੀ ਚੁੱਕਾ ਹਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਜਿਹੜਾ ਹੈ ਕੀ ਹੁੰਦਾ ਹੈ। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਐਜ਼ ਪਰ ISO ਮੈਂ ਲਿਖਿਆ ਹੋਇਆ। ISO ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਇੰਨਾ ਕੀ ਮਾਈਂਡ ਚ ਰੱਖਣਾ। ISO ਦੀ ਮੈਂ ਫੁੱਲ ਫਾਰਮ ਇੱਥੇ ਲਿਖ ਦਿੱਤੀ ਆ, ਦੈਟ ਇਜ਼ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ। ਫਿਲਹਾਲ ਤੁਸੀਂ ਆਪਣੇ ਮਨ ਚ ਇੰਨੀ ਹੀ ਗੱਲ ਰੱਖਣੀ ਆ, ਇੱਕ ISO ਔਰ ਉਹਦੀ ਫੁੱਲ ਫਾਰਮ ਕੀ ਹੈਗੀ, ਦੈਟ ਇਜ਼ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਸਟੈਂਡਰਡਾਈਜੇਸ਼ਨ। ਅੱਗੇ ਜਾ ਕੇ ਮੈਂ ਐਕਸਪਲੇਨ ਕਰਦਾ। ਸੋ ਕੁਆਲਿਟੀ ਮੈਨੇਜਮੈਂਟ ਸਿਸਟਮ ਕੀ ਹੈ, ਮੈਂ ਆਲਰੇਡੀ ਤੁਹਾਨੂੰ ਨਾਲ ਡਿਸਕਸ ਕਰ ਚੁੱਕਾ ਹਾਂ। ਦੈਟ ਇਟ ਇਜ਼ ਦੀ ਆਰਗੇਨਾਈਜੇਸ਼ਨਲ ਸਟਰਕਚਰ, ਰਿਸਪੌਂਸਿਬਿਲਿਟੀਜ਼, ਪ੍ਰੋਸੀਜਰਸ, ਪ੍ਰੋਸੈਸਿਸ, ਰਿਸੋਰਸਿਸ। ਇਹ ਸਾਰੇ ਕੰਮ ਨੂੰ ਯੂਜ਼ ਕਰਕੇ ਵਰਤ ਕੇ ਕਿਹੜੇ ਤਰੀਕੇ ਦੇ ਨਾਲ ਮੈਂ ਪਿੱਛੇ ਡਿਟੇਲ ਚ ਡਿਸਕਸ ਕੀਤਾ। ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਇੰਪਲੀਮੈਂਟ ਕਰਨਾ ਇਜ਼ ਨੋਨ ਐਜ਼ ਕੁਆਲਿਟੀ ਮੈਨੇਜਮੈਂਟ ਸਿਸਟਮ। ਮੈਂ ਪਹਿਲਾਂ ਵੀ ਥੋੜਾ ਜਿਹਾ ਅਲੱਗ ਤਰੀਕੇ ਨਾਲ ਦੱਸਿਆ ਪਰ ਉਹਦਾ ਮੀਨਿੰਗ ਇਹੀ ਹੈਗਾ। ਜਿੰਨੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਸਟਰਕਚਰਸ ਹੈਗੇ ਆ, ਰਿਸਪੌਂਸਿਬਿਲਿਟੀਜ਼, ਪ੍ਰੋਸੈਸਿਸ, ਰਿਸੋਰਸਿਸ, ਸਾਰਿਆਂ ਦੀ ਇੰਪਲੀਮੈਂਟੇਸ਼ਨ ਕਰਕੇ ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਨੂੰ ਅਚੀਵ ਕਰਨਾ ਇਜ਼ ਨੋਨ ਐਜ਼ ਕੁਆਲਿਟੀ ਮੈਨੇਜਮੈਂਟ ਸਿਸਟਮ। ਸੋ quality management is a way of defining how an organization can meet customer requirements of its customer and other stakeholders। quality management system ਇੱਕ define ਕਰਦੀ ਆ organization ਨੂੰ ਕਿ ਕਿਹੜੇ ਤਰੀਕੇ ਦੇ ਨਾਲ ਉਹਨੇ customers ਤੇ ਜਿਹੜੇ ਹੋਰ stakeholders ਨੇ, organization ਦੇ ਨਾਲ ਜੁੜੇ ਹੋਏ ਹੋਰ ਲੋਕ ਨੇ, ਉਹਨਾਂ ਦੀਆਂ requirements ਨੂੰ ਕਿਹੜੇ ਤਰੀਕੇ ਦੇ ਨਾਲ fulfill ਕਰਨਾ। ਇਹ quality management system define ਕਰਦਾ ਹੈ। ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਆ ਕੁਆਲਿਟੀ ਮੈਨੇਜਮੈਂਟ। ਇਸ ਸੈਕਿੰਡ ਪੁਆਇੰਟ ਜਿਹੜਾ ਹੈਗਾ, ਕੁਆਲਿਟੀ ਮੈਨੇਜਮੈਂਟ ਸਿਸਟਮ ਕਦੇ ਵੀ ਇਹ ਡਿਫਾਈਨ ਨਹੀਂ ਕਰਦਾ ਕਿ ਸਾਡੇ ਜਿਹੜੇ ਆਬਜੈਕਟਿਵਸ ਕਸਟਮਰ ਦੀ ਰਿਕੁਆਇਰਮੈਂਟ ਨੂੰ ਮੀਟ ਕਰਨ ਦੇ ਲਈ ਆਰਗੇਨਾਈਜੇਸ਼ਨ ਦੇ ਕਿਹੜੇ ਆਬਜੈਕਟਿਵਸ ਹੋਣੇ ਚਾਹੀਦੇ। ਸਾਨੂੰ ਸਪੈਸੀਫਾਈ ਨਹੀਂ ਕਰਦਾ ਕਿ ਇਹ ਵਾਲੇ ਆਬਜੈਕਟਿਵ ਰੱਖੋ ਜੀ, ਤੁਸੀਂ ਇਹਦੇ ਨਾਲ ਆਪਣੇ ਕਸਟਮਰਸ ਨੂੰ ਤੁਸੀਂ ਸੈਟੀਸਫਾਈ ਕਰੋ। ਹਰ ਇੱਕ ਇੰਡਸਟਰੀ ਦੇ ਆਪਣੇ ਆਬਜੈਕਟਿਵਸ ਨੇ, ਆਪਣੇ ਗੋਲ ਨੇ। ਹਰ ਇੱਕ ਆਰਗੇਨਾਈਜੇਸ਼ਨ ਨੇ ਉਹ ਆਬਜੈਕਟਿਵਸ ਔਰ ਉਹ ਗੋਲ ਜਿਹੜੇ ਉਹਨੇ ਅਚੀਵ ਕਰਨੇ ਨੇ ਉਹ ਖੁਦ ਡਿਫਾਈਨ ਕਰਨੇ। ਔਰ ਜੋ ਉਹ ਆਰਗੇਨਾਈਜੇਸ਼ਨ ਕਹਿੰਦੀ ਪਈ ਆ ਕਿ ਮੈਂ ਮੇਰੇ ਇਹ ਆਬਜੈਕਟਿਵ ਆ ਜੀ, ਮੇਰੇ ਇਹ ਗੋਲ ਆ,
ਉਹਨਾਂ ਨੇ ਆਪਣੇ ਹੀ ਆਬਜੈਕਟਿਵ ਡਿਫਾਈਨ ਕਰਕੇ ਉਹਨਾਂ ਨੂੰ ਅਚੀਵ ਕਰਨਾ, ਰਾਈਟ। ਕਦੀ ਵੀ ਤੁਹਾਨੂੰ ਕੁਆਲਿਟੀ ਮੈਨੇਜਮੈਂਟ ਸਿਸਟਮ ਇਹ ਨਹੀਂ ਕਹੇਗਾ ਕਿ ਇਸ objective ਦੇ ਉੱਪਰ ਹੀ ਤੁਸੀਂ ਕੰਮ ਕਰੋ। So it does not specify what the objective relating to the quality or meeting the customer's requirement, right? So ਕੀ ਕਰਨਾ ਅਸੀਂ ਇੱਥੇ ਕਿਸੇ ਵੀ ਆਰਗੇਨਾਈਜੇਸ਼ਨ ਨੇ ਆਪਣੇ ਆਬਜੈਕਟਿਵਸ ਜਿਹੜੇ ਹੈਗੇ ਆ ਕੰਟੀਨਿਊਅਲ ਇੰਪਰੂਵਮੈਂਟ ਦੇ ਲਈ ਖੁਦ ਡਿਫਾਈਨ ਕਰਨੇ, ਰਾਈਟ। ਹੁਣ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਕੀ ਕੀ ਇਨਵੋਲਵ ਹੋਏਗਾ। who means ਅਸੀਂ ਜੋ ਵੀ ਪਿੱਛੇ ਡਿਸਕਸ ਕੀਤਾ, ਜਿਹੜੇ ਵੀ ਪ੍ਰੋਸੀਜਰ ਕਹੇ, ਜਿਹੜੀਆਂ ਵੀ ਇੰਪਲੀਮੈਂਟੇਸ਼ਨਸ ਕਰਨੀਆਂ ਨੇ, ਉਹਦੇ ਲਈ who means responsibilities and authorities ਕਿਹਦੀਆਂ ਹੈਗੀਆਂ ਆਪਾਂ ਰਿਸਪੌਂਸਿਬਿਲਿਟੀ ਡਿਫਾਈਨਸ ਕੀਤੀਆਂ। when records and evidences, records means ਕਦੋਂ ਮੈਂ ਕੋਈ ਕੰਮ ਕੀਤਾ ਸੀਗਾ, ਕਿਹੜੇ ਤਰੀਕੇ ਦੇ ਨਾਲ ਮੈਂ ਕੰਮ ਕੀਤਾ ਸੀ। ਸੇ ਮੈਂ ਇੱਕ ਦਿਨ 100 ਪੀਸਿਸ ਤਿਆਰ ਕੀਤੇ, ਉਹਦੇ ਵਿੱਚੋਂ ਜਿਹੜਾ 100 ਵਿੱਚੋਂ 90 ਪੀਸਿਸ ਮੇਰੇ ਓਕੇ ਹੋ ਗਏ, 10 ਪੀਸਿਸ ਮੇਰੇ ਰਿਜੈਕਟ ਹੋ ਗਏ। ਹੁਣ 10 ਪੀਸਿਸ ਰਿਜੈਕਟ, ਉਹਦੀ ਐਵੀਡੈਂਸ ਕਿੱਥੇ ਆ? ਮੇਰੇ ਕੋਲ 6 ਮਹੀਨੇ ਬਾਅਦ ਪੁੱਛ ਲਿਆ ਜਾਂਦਾ ਕਿ ਇੰਨੀ ਤਰੀਕ ਦਾ ਮੈਨੂੰ ਰਿਕਾਰਡ ਦਿਖਾਓ ਜੀ, ਕਦੋਂ ਇਹ ਕੰਮ ਹੋਇਆ ਸੀ, ਉਹਦੀਆਂ ਐਵੀਡੈਂਸਿਸ ਮੇਰੇ ਕੋਲ ਡਿਪੋਜ਼ਿਟ ਕਰਵਾਓ ਜੀ, ਤੇ ਮੈਂ ਕਿੱਥੋਂ ਲਵਾਂਗਾ? ਸੋ ਇਹ ਇਨਵੋਲਵ ਨੇ। ਵੈਨ ਜਿਹੜਾ ਆ ਬਹੁਤ ਸਹੀ ਤਰੀਕੇ ਦੇ ਨਾਲ ਡਿਫਾਈਨ ਹੋਣਾ ਚਾਹੀਦਾ। ਵੇਅਰ ਮੀਨਸ ਆਈਡੈਂਟੀਫਿਕੇਸ਼ਨ ਐਂਡ ਟ੍ਰੇਸੇਬਿਲਿਟੀ। ਜਿਹੜਾ ਵੀ ਆਪਾਂ ਕੋਈ ਫਾਈਲ ਵਰਕ ਹੈਗਾ ਆ, ਕੋਈ ਮੇਰਾ ਪ੍ਰੋਡਕਟ ਹੈਗਾ ਆ, ਕੋਈ ਮੇਰਾ ਰॉ ਮਟੀਰੀਅਲ ਹੈਗਾ, ਉਹ 10 ਤਰ੍ਹਾਂ ਦੇ ਰॉ ਮਟੀਰੀਅਲ ਮੇਰਾ ਪ੍ਰੋਡਕਟ ਤਿਆਰ ਕਰਨ ਨੂੰ ਲੱਗਦੇ। ਆਈਡੈਂਟੀਫਿਕੇਸ਼ਨ, ਕਿਹੜਾ ਸਮਾਨ ਕਿੱਥੇ ਪਿਆ ਹੋਇਆ, ਕਿੱਥੋਂ ਮੈਂ ਜਲਦੀ ਉਹਨੂੰ ਫਾਈਂਡ ਆਊਟ ਕਰਨਾ। ਟ੍ਰੇਸੇਬਿਲਿਟੀ, ਕਿਵੇਂ ਮੈਂ ਉਹਨੂੰ ਟ੍ਰੇਸ ਕਰੂੰਗਾ। ਫਾਈਨਲ ਪ੍ਰੋਡਕਟ ਮੇਰਾ 10 ਤਰ੍ਹਾਂ ਦਾ ਮੈਂ ਪ੍ਰੋਡਕਟ ਤਿਆਰ ਕਰ ਦਿੱਤਾ, ਅਲੱਗ-ਅਲੱਗ ਜਗ੍ਹਾ ਤੇ ਮੈਂ ਉਹਨੂੰ ਸਟੈਕ ਕਰ ਦਿੱਤਾ, ਰੱਖ ਦਿੱਤਾ, ਸਟੋਰ ਕਰ ਦਿੱਤਾ, ਮੈਂ ਕਿਵੇਂ ਉਹਨੂੰ ਟ੍ਰੇਸ ਕਰਨਾ, ਰਾਈਟ। ਨੈਕਸਟ ਇਜ਼ ਹਾਊ ਮੀਨਸ ਕਿਸੇ ਵੀ ਕੰਮ ਕਰਨ ਦੇ ਮੈਥਡਸ ਕੀ ਹੈਗੇ ਆ, ਔਰ ਉਹਦੀਆਂ ਜਿਹੜੀਆਂ ਪ੍ਰੋਸੈਸ ਡਿਸਕ੍ਰਿਪਸ਼ਨਸ ਕੀ ਹੈਗੇ। ਹੁਣ ਮੈਂ ਇੱਥੇ ਗੱਲ ਕੀਤੀ ਆ 3W 1H ਦੀ, ਰਾਈਟ। who, when, where and how, ਇਹ ਇਨਵੋਲਵ ਹੁੰਦੀਆਂ ਨੇ ਸਾਰੀਆਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਅੰਡਰ। ਇੱਕ ਮੈਂ ਤੁਹਾਨੂੰ ਕੁਆਲਿਟੀ ਸਰਕਲ ਪਹਿਲੇ ਪੜਾਇਆ ਸੀ, ਸਾਰਿਆਂ ਨੂੰ ਯਾਦ ਹੋਏਗਾ। ਕੁਆਲਿਟੀ ਸਰਕਲ ਦੇ ਵਿੱਚ ਦੇਖੋ ਮੈਂ ਇੱਕ ਥੋੜਾ ਜਿਹਾ ਬਲਿੰਕ ਕਰਕੇ ਕੀਤਾ, ਉਹਦੇ ਚ ਮੈਂ ਤੁਹਾਨੂੰ ਪੜਾਇਆ ਸੀ 5W and 1H, ਰਾਈਟ। ਉਹਦੇ ਚ ਮੈਂ ਕਿਹਾ what, where, when, who, why and how much, ਰਾਈਟ। ਹੁਣ ਇੱਥੇ ਮੈਂ ਗੱਲ ਕਰਦਾ ਪਿਆ how, ਇੱਥੇ ਮੈਂ ਗੱਲ ਕਰਦਾ ਪਿਆ how much ਦੀ, ਇੱਥੇ ਮੈਂ ਕਰਦਾ ਪਿਆ ਗੱਲ 3W ਦੀ, ਇੱਥੇ ਮੈਂ ਗੱਲ ਕਰਦਾ ਪਿਆ 5W ਦੀ। ਸੋ ਜਿਹੜੀ ਫਾਲਟ ਫਾਈਂਡਿੰਗਸ ਹੈਗੀਆਂ ਜਾਂ ਆਪਾਂ ਕੁਝ ਗੋਲ ਡਿਫਾਈਨ ਕਰਨੇ ਆ, ਸੋ ਵੀ ਕੈਨ ਗੋ ਫॉर 5W and 1H। ਜਿਵੇਂ ਆਪਾਂ ਕੁਆਲਿਟੀ ਸਰਕਲ ਦੇ ਵਿੱਚ ਕੁਝ ਇੰਪਰੂਵਮੈਂਟ ਕਰਨੀ ਸੀਗੀ, ਆਪਾਂ 5W 1H ਨੂੰ ਅਡਾਪਟ ਕਰਦੇ ਸੀ, ਜਾਂ ਆਪਾਂ ਲੇਟੈਸਟ, ਇਟ ਆਲ ਡਿਪੈਂਡਸ ਅਪਨ ਦੀ ਐਕਸਪੀਰੀਅੰਸ ਆਫ ਦੀ ਪੀਪਲ। EMPLOYEES ਦਾ ਐਕਸਪੀਰੀਅੰਸ ਕਿੰਨਾ ਕੁ ਹੈਗਾ ਕੰਮ ਕਰਨ ਦਾ। ਸੋ 5W 2H, ਹੁਣ ਮੈਂ ਇੱਥੇ 2H ਕਹਿਤਾ। 2H ਕਿਉਂ ਕਹਿਤਾ? ਇੱਕ ਮੈਂ ਹਾਊ ਇੱਥੇ ਹੋਰ ਐਡ ਕਰ ਦਿੱਤਾ। ਹੁਣ ਦੋਨੋਂ ਹਾਊ ਨੂੰ ਆਪਾਂ ਗੱਲ ਕਰਦੇ। ਹਾਊ ਮੀਨਸ ਹਾਊ ਟੂ ਡੂ ਦੀ ਵਰਕ, ਹਾਊ ਮਚ ਮੀਨਸ ਹਾਊ ਮਚ ਕੁਆਂਟੀਟੀ ਆਈ ਹੈਵ ਟੂ ਡੂ, ਮੀਨਸ ਮੈਂ ਪ੍ਰੋਡਕਟਿਵਿਟੀ ਇਨਕਰੀਜ਼ ਕਰਨਾ ਚਾਹੁੰਦਾ। ਜਿਹੜੀ ਮੇਰੀ ਪ੍ਰੋਡਕਟਿਵਿਟੀ ਸੀਗੀ ਪਹਿਲਾਂ ਸੇ 90% ਸੀ ਜਾਂ 70% ਸੀ, ਮੈਂ ਚਾਹੁੰਦਾ 70 ਤੋਂ ਮੇਰੀ FA ਹੈ ਜਿਹੜੀ ਪ੍ਰੋਡਕਟਿਵਿਟੀ ਹੈਗੀ ਆ ਉਹ 80% ਹੋ ਜਾਏ। ਇਟ ਮੀਨਸ ਹਾਊ ਮਚ ਮੈਂ ਡਿਫਾਈਨ ਕਰ ਦਿੱਤਾ, ਰਾਈਟ। ਹੁਣ ਹਾਊ ਮੀਨਸ ਕਿਹੜੇ ਤਰੀਕੇ ਦੇ ਨਾਲ ਕਰਨਾ। ਸੋ ਇਹਨਾਂ ਨੂੰ ਕਦੀ ਵੀ ਕਨਫਿਊਜ਼ ਨਹੀਂ ਕਰਨਾ। ਇਹਦੇ ਵਿੱਚ ਦੇਖੋ ਹੂ ਨੂੰ ਮੈਂ ਇੱਥੇ ਲੈ ਗਿਆ, ਹੂ ਹੈਗਾ, ਵੈਨ ਹੈਗਾ, ਵੇਅਰ ਹੈਗਾ। ਇੱਥੇ ਵੇਅਰ ਆਪਾਂ ਕਰਦੇ ਸੀ ਵੀ ਕੁਆਲਿਟੀ ਸਰਕਲ ਦੇ ਵਿੱਚ ਅਸੀਂ ਕੰਮ ਕਿੱਥੇ ਕਰਨਾ। ਇੱਥੇ ਜਿਹੜੀ ਆਪਾਂ ਵੇਅਰ ਦੀ ਗੱਲ ਕਰਦੇ ਪਏ ਆ, ਉਹਦੀ ਜਿਹੜਾ ਪ੍ਰੋਡਕਟ ਆ ਉਹਦੀ ਆਇਡੈਂਟੀਫਿਕੇਸ਼ਨ ਦੀ ਗੱਲ ਕਰਦੇ ਪਏ। ਸੋ ਟਾਈਮ ਟੂ ਟਾਈਮ ਜਿਹੜੇ ਇਹ ਚੀਜ਼ਾਂ ਹੈਗੀਆਂ ਐਕਸਪੀਰੀਅੰਸ ਬੇਸਡ ਨੇ। ਸੋ ਇਹ ਥੋੜਾ ਜਿਹਾ ਮੈਂ ਤੁਹਾਨੂੰ ਰੀਕਾਲ ਕਰਾਇਆ ਸੀ ਆਪਣਾ ਕੁਆਲਿਟੀ ਸਰਕਲ ਦਾ। So quality management system involve, it may involve 5W 1H, it may involve 5W 2H, or you can say it involves as per your book, it is who, when, where and how. So सारा कुछ मेरा ख्याल clear हो गया। Who means who will do the responsibility, record and evidence is when and where is identification and traceability, how is methods and process descriptions. ਸੋ ਹੁਣ ਅਸੀਂ ਗੱਲ ਕਰਦੇ ਹਾਂ, ਮੈਂ ਪਹਿਲਾਂ ਗੱਲ ਕੀਤੀ ਸੀ ISO ਦੀ।
So basically quality management system is achieved by ISO. ISO is the major tool. ਹੁਣ ISO ਨੂੰ ਆਪਾਂ ਡਿਟੇਲ ਚ ਪੜ੍ਹਦੇ ਹਾਂ। ਮੈਂ ਪਹਿਲਾਂ ਕਿਹਾ ਸੀ ਮਾਈਂਡ ਚ ਆਪਣੇ ਰੱਖ ਲਿਓ ISO ਕੀ ਹੁੰਦਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ that ISO means International Organization for Standardization। ਮੈਂ ਆਲਰੇਡੀ ਗੱਲ ਕਰ ਚੁੱਕਾ। ISO develops and publishes standard ਜਿੰਨੇ ਵੀ ਕੁਆਲਿਟੀ ਨਾਲ ਰਿਲੇਟਡ ਸਟੈਂਡਰਡਸ ਨੇ ਉਹ ਸਾਰੇ ISO ਨੇ ਡਿਵੈਲਪ ਕੀਤੇ ਔਰ ਪਬਲਿਸ਼ ਕੀਤੇ। ISO is an independent non-governmental organization। governmental organization नहीं हैगी, non-governmental हैगी organization है, independent हैगी है। So ਅੱਜ ਦੀ ਡੇਟ ਦੇ ਵਿੱਚ 164 ਨੇਸ਼ਨਸ ਜਿਹੜੀਆਂ ਇਹਦੀਆਂ ਮੈਂਬਰ ਹੈਗੀਆਂ ISO ਦੀਆਂ। ਇਹ ਯਾਦ ਕਰਨਾ ਸਾਰਿਆਂ ਨੇ, ਇਹ ਵੀ ਲਰਨ ਕਰਨਾ। ਮੇਰੇ ਜਿੰਨੇ ਵੀ ਸਟੂਡੈਂਟਸ ਖਾਸ ਕਰਕੇ ਬੈਠੇ ਹੋਏ ਨੇ, ਪਾਰਟਿਸਪੈਂਟਸ ਜ਼ਿਆਦਾਤਰ ਪਾਰਟਿਸਪੈਂਟਸ ਨੂੰ ਇਹ ਗੱਲ ਪਤਾ ਹੁੰਦੀ ਹੈ। ਸੋ ISO has central headquarter at Geneva। ਇਹ ਵੀ ਸਾਰੇ ਲਰਨ ਕਰਨਗੇ। ISO ਦਾ ਜਿਹੜਾ ਹੈਡਕੁਆਟਰ ਹੈਗਾ that is in Geneva, Switzerland। ਇਹ ਆ ਜਾਂਦਾ ਪੇਪਰ ਦੇ ਵਿੱਚ। So ISO has published international standards and related documents covering almost every industry। ਜਿੰਨੀਆਂ ਵੀ ਇੰਡਸਟਰੀਜ਼ ਨੇ, ਚਾਹੇ ਉਹ ਮਿਲਕ ਇੰਡਸਟਰੀ ਆ, ਚਾਹੇ ਉਹ ਟੈਕਸਟਾਈਲ ਇੰਡਸਟਰੀ ਆ, ਚਾਹੇ ਉਹ ABCD ਜਿਹੜੀ ਮਰਜ਼ੀ ਇੰਡਸਟਰੀ ਹੈਗੀ ਆ, ਜਿੰਨੇ ਵੀ ਉਹਨਾਂ ਦੇ ਨਾਲ ਸਟੈਂਡਰਡਸ ਹੈਗੇ ਆ ਉਹ ਰਿਲੇਟਿਡ ਡਾਕੂਮੈਂਟਸ ਆ, ਲਗਭਗ ਉਹ ਸਾਰਿਆਂ ਨੂੰ ISO ਕਵਰ ਕਰ ਚੁੱਕਾ ਹੈ, ਕੋਈ ਨਹੀਂ ਰਹਿੰਦਾ। ਔਰ ISO ਜਿਹੜਾ ਡਰਾਈਵ ਹੋਇਆ ਗ੍ਰੀਕ ISOs ਤੋਂ ਹੋਇਆ, ਉਹਦਾ ਮਤਲਬ ਹੈ ਇਕੁਅਲ, ਰਾਈਟ। ਇਕੁਅਲ ਮੀਨਸ whatever the country, whatever the language, we are ISO। ISO means equal, means एक global unification आ, uniformity of quality standards। So ISO ਦਾ ਜਿਹੜਾ Greek meaning ਹੈਗਾ that is equal, right। So ਮੇਰਾ ਖਿਆਲ ਇੱਥੇ ਤੁਹਾਨੂੰ ISO ਇਹਦੇ ਵਿੱਚੋਂ ਜਿਹੜੇ ਮੇਰੇ ਸਟੂਡੈਂਟਸ ਬੈਠੇ ਉਹਨਾਂ ਨੇ ਥੋੜਾ ਜਿਹਾ ਇਹ ਕਰਨਾ ਕਿ ਇਹਦਾ ਹੈਡਕੁਆਟਰ ਕਿੱਥੇ ਹੈਗਾ, that is Geneva, ਸਵਿਟਜ਼ਰਲੈਂਡ। ਇਹਦੀ ਫੁੱਲ ਫਾਰਮ ਕੀ ਹੈਗੀ ਆ ਔਰ ਕਿੰਨੀਆਂ ਨੇਸ਼ਨਸ ਜਿਹੜੀਆਂ ਇਹਦੇ ਮੈਂਬਰਸ ਹੈਗੇ that is 164। ਇਹ ਤਿੰਨ ਗੱਲਾਂ ਇਹਦੇ ਵਿੱਚੋਂ ਸਾਰਿਆਂ ਨੇ ਲਰਨ ਕਰਨੀਆਂ ਨੇ। ਇਨੀਸ਼ੀਏਸ਼ਨ ਆਫ ISO। ISO ਦੀ ਇਨੀਸ਼ੀਏਸ਼ਨ ਸਟਾਰਟ ਕਿਵੇਂ ਹੋਇਆ ISO? ਇਹ ਸਟੋਰੀ ਜਿਹੜੀ ਸੀਗੀ that began in 1946 ਜਦੋਂ 25 ਕੰਟਰੀਜ਼ ਦੇ ਡੈਲੀਗੇਟ ਇੰਸਟੀਚਿਊਟ ਆਫ ਸਿਵਲ ਇੰਜੀਨੀਅਰ ਲੰਡਨ ਦੇ ਵਿੱਚ ਮਿਲੇ ਔਰ ਉਹਨਾਂ ਨੇ ਡਿਸਾਈਡ ਕੀਤਾ ਕਿ ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਦਾਂ ਦੀ ਕ੍ਰੀਏਟ ਕਰਨੀ ਚਾਹੀਦੀ ਹੈ ਸਾਨੂੰ, ਜਿਹੜੀ ਸਾਰੀ ਜਿੰਨੀਆਂ ਵੀ ਇੰਟਰਨੈਸ਼ਨਲ ਇੰਡਸਟਰੀਜ਼ ਹੈਗੀਆਂ ਨੇ ਉਹਨਾਂ ਨੂੰ ਆਪਸ ਚ ਕੋਆਰਡੀਨੇਟ ਕਰੇ ਔਰ ਸਟੈਂਡਰਡਸ ਦੀ ਯੂਨੀਫਿਕੇਸ਼ਨ ਕਰੇ। ਯੂਨੀਫਿਕੇਸ਼ਨਸ ਮੀਨਸ ਯੂਨੀਫਾਰਮਿਟੀ, ਸਟੈਂਡਰਡ ਆਫ ਯੂਨੀਫਿਕੇਸ਼ਨਸ ਕਰੇ ਇੰਡਸਟਰੀਅਲ ਸਟੈਂਡਰਡਸ ਦੀ। ਸੋ ਉਹਨਾਂ ਨੇ ਡਿਸਾਈਡ ਕੀਤਾ 1946 ਦੇ ਵਿੱਚ ਕਿ ਇਹਨਾਂ ਨੇ ਕੀਤਾ ਇੰਸਟੀਚਿਊਟ ਆਫ ਸਿਵਲ ਇੰਜੀਨੀਅਰਸ ਇਨ ਲੰਡਨ ਦੇ ਵਿੱਚ। ਉਹਨਾਂ ਨੇ ਇਹ ਡਿਸਾਈਡ ਕੀਤਾ ਵੀ ਵਰਲਡ ਵਾਈਡ ਇੱਕ ਇਦਾਂ ਦੇ ਯੂਨੀਫਾਈਡ ਜਿਹੜੇ ਯੂਨੀਫਾਰਮ ਸਟੈਂਡਰਡ ਇੰਡਸਟਰੀਅਲ ਮੇਨਟੇਨ ਕੀਤੇ ਜਾਣ। ਐਂਡ ਔਨ 23 Feb 1947 ਦੇ ਵਿੱਚ ਆਫੀਸ਼ੀਅਲੀ ISO ਨੂੰ ਜਿਹੜਾ ਆ ਉਹ ਸਟਾਰਟ ਕਰ ਦਿੱਤਾ ਗਿਆ। ਸੋ ਇਹਦੀ ਥੋੜੀ ਇਨੀਸ਼ੀਏਸ਼ਨ ਸੀ। ਹੁਣ ਥੋੜੀ ਜੀ ਆਪਾਂ ISO 9001 ਬਾਰੇ ਪੜ੍ਹ ਲਈਏ। ISO 9001 ਕੀ ਹੈਗਾ? ਇੱਕ ਮੈਂ ਥੋੜਾ ਜਿਹਾ ਐਕਸਪਲੇਨ ਸਾਰਿਆਂ ਨੂੰ ਕਰਨਾ ਚਾਹਾਂਗਾ। ਜਦੋਂ ਮੈਂ ISO ਦੀ ਗੱਲ ਕਰਦਾ ਪਿਆ, ISO ਇੱਕ ਸਰਟੀਫਿਕੇਸ਼ਨ ਆ। ਇਟ ਇਜ਼ ਨਾਟ ਅ ਪ੍ਰੋਡਕਟ ਸਰਟੀਫਿਕੇਸ਼ਨ, ਇਟ ਇਜ਼ ਦੀ ਆਰਗੇਨਾਈਜੇਸ਼ਨ ਸਰਟੀਫਿਕੇਸ਼ਨ। ਸੋ ਕੀ ਮੇਰੀ ਇੰਡਸਟਰੀ ਐਜ਼ ਪਰ ਪ੍ਰੋਸੀਜਰ, ਐਜ਼ ਪਰ ਕੁਆਲਿਟੀ ਪੈਰਾਮੀਟਰਸ ਕੰਮ ਕਰਦੀ ਪਈ ਹੈ ਜਾਂ ਨਹੀਂ ਕਰਦੀ ਪਈ ਹੈ, ਇਹ ISO ਸਾਨੂੰ ਦੱਸਦਾ ਹੈ। ਦੇਖੋ ਇਹਦੇ ਵਿੱਚ ਕਦੀ ਕਨਫਿਊਜ਼ ਨਹੀਂ ਕਰਨਾ ਆਪਾਂ ਕਿ ਜਿਹੜਾ ਮੈਂ ISO ਦੀ ਗੱਲ ਕਰਦਾ ਪਿਆ, ਕੁਆਲਿਟੀ ਮੈਨੇਜਮੈਂਟ ਸਿਸਟਮ ਦੀ ਗੱਲ ਕਰਦਾ ਪਿਆ, ਇਟ ਇਜ਼ ਰਿਲੇਟਿਡ ਟੂ ਦੀ ਪ੍ਰੋਡਕਟ। ਨੋ, ਇਟ ਇਜ਼ ਨਾਟ ਰਿਲੇਟਿਡ ਟੂ ਦੀ ਪ੍ਰੋਡਕਟ। ISO certification is not is the product certification, so it is the certification of organization, right। ਜਿੱਦਾਂ ਆਪਾਂ ISI ਦੀ ਗੱਲ ਕਰਦੇ ਆ ਜਾਂ ਅਸੀਂ ਗੱਲ ਕਰਦੇ ਆ BSI ਦੀ, ਉਹ ਪ੍ਰੋਡਕਟ ਜਿਹੜੀਆਂ ਕੁਆਲਿਟੀਜ਼ ਨੇ, ਪ੍ਰੋਡਕਟ ਦੀਆਂ ਸਰਟੀਫਿਕੇਸ਼ਨਸ ਨੇ। ਇਹ ਪ੍ਰੋਡਕਟ ਸਰਟੀਫਿਕੇਸ਼ਨ ਨਹੀਂ ਹੈਗੀ ਸਾਡੀ, ਰਾਈਟ। ਸੋ ISO 9001 ਕੀ ਹੈਗਾ? ਬੇਸਿਕ ਕੁਆਲਿਟੀ ਮੈਨੇਜਮੈਂਟ ਸਟੈਂਡਰਡਸ ਹੈ ਇਹ। ISO 9001 is a standard that set up the requirement of quality management system. It helps business and organization to be more efficient and improve customer
ਸੈਟੀਸਫੈਕਸ਼ਨ, ਜਿਹੜੇ ਇਹ ਇੱਕ ਸਟੈਂਡਰਡ ਮੇਨਟੇਨ ਕਰਦੇ ਆ ਤਾਂ ਜੋ ਜਿਹੜੇ ਮੇਰੇ ਕਸਟਮਰਸ ਹੈਗੇ ਆ ਉਹਨਾਂ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਉਹ ਐਫੀਸ਼ੀਐਂਟ ਤਰੀਕੇ ਦੇ ਨਾਲ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਣ, ਉਹਨਾਂ ਦੇ ਰਿਲੇਸ਼ਨਸ ਜਿਹੜੇ ਹੈਗੇ ਆ ਉਹਨਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ ਉਹਨਾਂ ਨੂੰ ਇੰਪਰੂਵ ਕੀਤਾ ਜਾ ਸਕੇ। ISO 9001 is based on the idea of continual improvement। ਇਹ ਆਲਰੇਡੀ ਆਪਾਂ ਗੱਲ ਕਰ ਚੁੱਕੇ ਹਾਂ। ਕੰਟੀਨਿਊਅਲ ਇੰਪਰੂਵਮੈਂਟ ਦੇ ਉੱਤੇ ਇਹ ISO 9001 ਦਾ ਆਈਡੀਆ ਜਿਹੜਾ ਹੈਗਾ। ਹੁਣ ਇਹ ਬੜਾ ਇੰਪੋਰਟੈਂਟ ਹੈਗਾ ਆ that ਜਿਹੜਾ ਨਿਊ ਵਰਜ਼ਨ ਹੈਗਾ ਆ ਸਾਡਾ ISO 9001 ਦਾ, that is ISO 9001 2015। ਜਿਹੜਾ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ that is ISO 9001 2000 ਰਾਈਟ। ਸੋ ਇਸ ਤੋਂ ਪਹਿਲਾਂ ਜਿਹੜਾ ਪ੍ਰੀਵੀਅਸ ਵਰਜ਼ਨ ਸੀ that was ISO 9001 2008। ਇਸ ਵੇਲੇ ਜਿਹੜਾ ਵਰਜ਼ਨ ਚੱਲਦਾ ਪਿਆ that is ISO 9001 2015 right, and it is upgraded, or the previous version from 2015 was ISO 9001 2008। ਸਾਰਿਆਂ ਨੇ ਮਾਈਂਡ 'ਚ ਰੱਖਣਾ। ਪਰ ਤੁਹਾਡੀਆਂ ਇੰਪਲੋਏਬਿਲਿਟੀ ਸਕਿੱਲਸ ਦੇ ਵਿੱਚ ISO 9001 2000 ਦੀ ਗੱਲ ਕਰਦੇ ਪਏ ਆ, ਉਸ ਤੋਂ ਬਾਅਦ ਅਪਗ੍ਰੇਡ ਹੋ ਚੁੱਕੇ ਹੈ ਸਟੈਂਡਰਡਸ। ਨੋ ਪ੍ਰੋਬਲਮ, ਉਹੀ ਆ, ਥੋੜਾ ਬਹੁਤੀਆਂ ਅਮੈਂਡਮੈਂਟਸ ਹੋਈਆਂ। ਅਮੈਂਡਮੈਂਟ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦਾ ਕਿਉਂਕਿ ਇਹ ਲੈਕਚਰ ਦੇ ਵਿੱਚ ਇੰਨੀਆਂ ਗੱਲਾਂ ਨੂੰ ਕਵਰ ਕਰਨਾ ਬਹੁਤ ਔਖਾ। ਹੁਣ ਅਸੀਂ ਥੋੜਾ ਜਿਹਾ ਟਾਈਮਲਾਈਨ ਪੜ੍ਹ ਜਾਂਦੇ ਹਾਂ। 1980 ਦੇ ਵਿੱਚ ਟੈਕਨੀਕਲ ਕਮੇਟੀ ਫਾਰਮ ਹੋਈ। 1987 ਦੇ ਵਿੱਚ ISO ਦਾ ਫਸਟ ਐਡੀਸ਼ਨ ਲਾਂਚ ਹੋਇਆ ਸੀਗਾ। 1994 ਦੇ ਵਿੱਚ ਫਸਟ ਰਿਵੀਜ਼ਨ ਮਾਈਨਰ ਹੋਈ ਸੀਗੀ ਇਹਦੇ ਵਿੱਚ। 2000 ਜਿਹੜਾ ਤੁਹਾਡਾ ਬੁੱਕ 'ਚ ਹੈਗਾ ਆ ਉਹਦੇ 'ਚ ਫਸਟ ਮੇਜਰ ਰਿਵੀਜ਼ਨ ਇਹਦੇ ਵਿੱਚ ਕੀਤੀ ਗਈ ਸੀ ISO 9001 ਦੇ ਵਿੱਚ। 2008 ਦੇ ਵਿੱਚ ਸੈਕਿੰਡ ਰਿਵੀਜ਼ਨ ਹੋਈ ਸੀ, ਮਾਈਨਰ ਰਿਵੀਜ਼ਨ ਉਹਨੂੰ ਕਹਿੰਦੇ ਆ। 2015 ਦੇ ਵਿੱਚ ਸੈਕਿੰਡ ਰਿਵੀਜ਼ਨ ਮੇਜਰ ਹੋਈ ਸੀਗੀ। ਸੋ ਇਸ ਵੇਲੇ ਜਿਹੜੀ ਆ ਮੇਜਰ ਰਿਵੀਜ਼ਨ 2015 ਆਪਾਂ ਦੇ ਵਿੱਚ ਕਵਰ ਕਰਦੇ ਪਏ ਸਾਰੀਆਂ ਚੀਜ਼ਾਂ ਨੂੰ। ਸੋ ਹੁਣ ਅਸੀਂ ਗੱਲ ਕਰਦੇ ਹਾਂ ISO 9000 ਦੀ ਫੈਮਿਲੀ ਕੀ ਹੈ, ਸੀਰੀਜ਼ ਕੀ ਹੈ। ਜਲਦੀ ਕਰਾਂਗੇ ਬਿਕੋਜ਼ ਟਾਈਮ ਵੀ ਥੋੜਾ ਜਿਹਾ ਘੱਟ ਰਹਿ ਗਿਆ। ਥੋੜੀ ਜਿਹੀ ਆਪਾਂ ਡਿਸਕਸ਼ਨ ਵੀ ਕਰਨੀ ਹੁੰਦੀ ਆ, ਮੇਰੀਆਂ ਸਲਾਈਡਸ ਥੋੜੀਆਂ ਜਿਹੀਆਂ ਡਿਸਕਸ਼ਨ ਦੇ ਲਈ ਪਈਆਂ ਵੀ ਹੋਈਆਂ ਹਲੇ। ਸੋ ਲੈਟ ਅਸ ਕੰਟੀਨਿਊ। ISO 9001 ਦੀ ਜਿਹੜੇ ਮੈਂ ਗੱਲ ਕਰਦਾ ਹਾਂ, ISO 9000 ਦੀ ਸੀਰੀਜ਼ ਆਪਾਂ ਪੂਰੀ ਫੈਮਿਲੀ ਨੂੰ ਡਿਸਕਸ ਕਰਾਂਗੇ। ਸੋ ISO 9000 ਕੀ ਹੈਗਾ? ਕੰਟੇਨ ਡਿਟੇਲ ਐਕਸਪਲੇਨੇਸ਼ਨ ਆਫ 7 ਕੁਆਲਿਟੀ ਮੈਨੇਜਮੈਂਟ ਪ੍ਰਿੰਸੀਪਲਸ। ਇਹਦੇ ਵਿੱਚ ਡਿਟੇਲ ਨਾਲ 7 ਕੁਆਲਿਟੀ ਮੈਨੇਜਮੈਂਟ ਪ੍ਰਿੰਸੀਪਲ ਨੂੰ ਐਕਸਪਲੇਨ ਕੀਤਾ ਹੋਇਆ। ਫੰਡਾਮੈਂਟਲ ਆਫ ਅੰਡਰਸਟੈਂਡਿੰਗ ਦੀ ਸਟੈਂਡਰਡ, ਸਾਰੇ ਸਟੈਂਡਰਡ ਨੂੰ ਅੰਡਰਸਟੈਂਡ ਕਰਨ ਦੇ ਇੱਕ ਫੰਡਾਮੈਂਟਲ ਹੈ। ਬੇਸਿਕਲੀ ਇਹ ISO 9000 ਇਜ਼ ਵਟ ਇਟ ਇਜ਼ ਅ ਮੈਨੂਅਲ ਰਾਈਟ। ਇਹ ਇੱਕ ਇਦਾਂ ਦਾ ਮੈਨੂਅਲ ਹੈ ਜਿਹਦੇ ਵਿੱਚ 7 ਕੁਆਲਿਟੀ ਮੈਨੇਜਮੈਂਟ ਪ੍ਰਿੰਸੀਪਲ ਨੂੰ ਡਿਟੇਲ ਦੇ ਨਾਲ ਐਕਸਪਲੇਨ ਕੀਤਾ ਹੋਇਆ। ਸੋ ਸਰਟੀਫਿਕੇਸ਼ਨ ਕਿਹੜੇ ਤਰੀਕੇ ਦੀ ਹੈਗੀ, ਹੋਰ ਵੀ ਇਸ ਤੋਂ ਇਲਾਵਾ ਵੀ ਸਰਟੀਫਿਕੇਸ਼ਨਸ ਹੈਗੀਆਂ ਨੇ। ਮੈਂ ਫਿਲਹਾਲ ਤੁਹਾਡੇ ਬੁੱਕ ਦੇ ਸਾਹਮਣੇ 3 ਤਰ੍ਹਾਂ ਦਾ ਹੀ ਡਿਸਕਸ ਕਰਾਂਗਾ। ISO 9001, ISO 9002 ਸਰਟੀਫਿਕੇਸ਼ਨ, ISO 9003 ਸਰਟੀਫਿਕੇਸ਼ਨ। ISO 9001 ਸਰਟੀਫਿਕੇਸ਼ਨ ਜਿਹੜੀ ਹੈਗੀ ਹੈ, ਜਿਹੜੀ ਇੰਡਸਟਰੀ ਪ੍ਰੋਡਕਟ ਦਾ ਡਿਜ਼ਾਈਨ ਕਰਦੀ ਪਈ ਹੈ, ਮੈਨੂਫੈਕਚਰ ਕਰਦੀ ਆ, ਕਮਿਸ਼ਨਿੰਗ ਕਰਦੀ ਆ, ਸਰਵਿਸ ਐਂਡ ਸੇਲਸ ਕਰਦੀ ਪਈ ਆ, ਉਹ ISO 9001 ਸਰਟੀਫਿਕੇਸ਼ਨ ਲਏਗੀ। ਸੋ ਇਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਜਿਹੜਾ ਹੈਗਾ that is design only। ਕੋਈ ਵੀ ਇੰਡਸਟਰੀ ਸਿਰਫ ਪ੍ਰੋਡਕਟ ਦਾ ਜੇ ਡਿਜ਼ਾਈਨ ਹੀ ਕਰਦੀ ਪਈ ਆ ਬਟ ਉਹ ਮੈਨੂਫੈਕਚਰ ਨਹੀਂ ਕਰਦੀ ਪਈ, ਕਮਿਸ਼ਨ ਨਹੀਂ ਕਰਦੀ ਪਈ, ਸਰਵਿਸ ਐਂਡ ਸੇਲਸ ਨਹੀਂ ਕਰਦੀ ਪਈ, ਤਾਂ ਵੀ ਉਹ ਜੇ ਇੱਕ ਸਿਰਫ ਡਿਜ਼ਾਈਨ ਕਵਰ ਹੋ ਗਿਆ ਤਾਂ ਵੀ ਉਹ ਇੰਡਸਟਰੀ ਜਿਹੜੀ ISO 9001 ਹੀ ਲਏਗੀ। that industry will go for ISO 9001 ਜਿਹੜੇ ਡਿਜ਼ਾਈਨ ਕਰਦੀ ਪਈ, which is covering the design factor only, right? ISO 9002 we are talking about ਜਿਹੜੀ ਇੰਡਸਟਰੀ ਮੈਨੂਫੈਕਚਰ ਕਰਦੀ ਪਈ ਹੈ, ਕਮਿਸ਼ਨਿੰਗ ਐਂਡ ਸਰਵਿਸ ਆਫਟਰ ਸੇਲ ਸਰਵਿਸ ਕਰਦੀ ਪਈ ਹੈ। ਇਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਹੈਗਾ ਮੈਨੂਫੈਕਚਰ। ਜੇ ਉਹਨੇ ਮੈਨੂਫੈਕਚਰ ਕਰ ਦਿੱਤਾ, ਕਮਿਸ਼ਨ ਕਰੇ ਨਾ ਕਰੇ, ਆਫਟਰ ਸੇਲ ਸਰਵਿਸ ਕਰੇ ਨਾ ਕਰੇ, ਆਪ ਡਾਇਰੈਕਟ ਸੇਲ ਕਰੇ ਨਾ ਕਰੇ, ਚਾਹੇ ਉਹਦੇ ਕੋਲੋਂ ਕੋਈ ਖਰੀਦ ਕੇ ਲੈ ਜਾਏ, ਡਾਇਰੈਕਟਲੀ ਕਰ ਦੇਵੇ, ਸਿਰਫ ਇੱਕ ਮੈਨੂਫੈਕਚਰ ਹੋ ਗਿਆ ਵਿੱਚ ਫੈਕਟਰ ਕਵਰ, ਤੇ ਉਹ ISO 9002 ਸਰਟੀਫਿਕੇਸ਼ਨ ਲਏਗੀ। ISO 9003 ਦੀ ਮੈਂ ਗੱਲ ਕਰਦਾ, ਜੇ ਇਨਸਪੈਕਸ਼ਨ ਐਂਡ ਟੈਸਟਿੰਗ, ਕੋਈ ਇੰਡਸਟਰੀ ਸਿਰਫ ਇਨਸਪੈਕਸ਼ਨ ਹੀ ਕਰਦੀਆਂ ਨੇ, ਸਿਰਫ ਟੈਸਟਿੰਗ ਹੀ ਕਰਦੀਆਂ ਨੇ, ਉਹ ਕਿਸੇ ਤਰ੍ਹਾਂ ਦਾ ਕੋਈ ਡਿਜ਼ਾਈਨ ਨਹੀਂ ਕਰਦੀਆਂ, ਕੋਈ ਕਿਸੇ ਤਰ੍ਹਾਂ ਦੀਆਂ ਕੋਈ ਮੈਨੂਫੈਕਚਰ ਨਹੀਂ ਕਰਦੀਆਂ ਪਈਆਂ, ਉਹ ISO 9003 ਲੈਣਗੇ ਰਾਈਟ। ਸੋ ISO 9001 ਕਰਨ ਦੇ ਲਈ ਡਿਜ਼ਾਈਨ ਫੈਕਟਰ, 2 ਦੇ ਲਈ ਮੈਨੂਫੈਕਚਰਿੰਗ, 3 ਦੇ ਲਈ ਇਨਸਪੈਕਸ਼ਨ ਐਂਡ ਟੈਸਟਿੰਗ। ਇਹ ਇੰਡਸਟਰੀ ਜਿਹੜਾ ਕਵਰ ਕਰਦੀ ਪਈ ਉਹ ਇਸ ਤਰੀਕੇ ਦੇ ਨਾਲ ਸਰਟੀਫਿਕੇਸ਼ਨਸ ਲੈਣਗੇ। ISO 9004 ਕੀ ਹੈਗਾ?
ਕੁਆਲਿਟੀ ਮੈਨੇਜਮੈਂਟ ਸਿਸਟਮ ਗਾਈਡਲਾਈਨਸ ਆ ਫॉर ਪਰਫਾਰਮਿੰਗ ਇੰਪਰੂਵਮੈਂਟ। ਆਪਾਂ ਸਰਟੀਫਿਕੇਸ਼ਨਸ ਲੈ ਲਈਆਂ, ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਮੇਨਟੇਨ ਕਰ ਲਏ, ਪ੍ਰੋਸੀਜਰਸ ਮੇਨਟੇਨ ਕਰ ਲਏ, ਮੇਨਟੇਨ ਕਰ ਲਏ। ਸੋ ISO 9004 ਇੱਕ ਗਾਈਡਲਾਈਨਸ ਆ ਜਿਹਦੇ ਵਿੱਚ ਅਸੀਂ ਕਿਹੜੇ ਤਰੀਕੇ ਦੇ ਨਾਲ ਇੰਪਰੂਵਮੈਂਟਸ ਫਰਦਰ ਕਰਨੀਆਂ ਨੇ, ਕੰਟੀਨਿਊਅਲ ਇੰਪਰੂਵਮੈਂਟ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ, ਔਰ ਇੱਕ ਇਹ ਗਾਈਡਲਾਈਨਸ ਆ ਤਾਂ ਜੋ ਸਸਟੇਨੇਬਲ ਸਕਸੈਸ ਕਿਸੇ ਆਰਗੇਨਾਈਜੇਸ਼ਨ ਨੂੰ ਮਿਲਦੀ ਰਹੇ, ਰਾਈਟ। ਉਹਦੇ ਵਿੱਚ ਆਪਾਂ ਜਿਹੜਾ ਇਹ ਬੇਸਿਕਲੀ ਜਿਹੜਾ ISO 9001 ਦੀ ਮੈਂ ਗੱਲ ਕਰਦਾ, ਇੱਕ ਤਰ੍ਹਾਂ ਦਾ ਇਹ ਮੈਨੂਅਲ ਹੈਗਾ। ISO 9004 ਜਿਹੜਾ ਹੈਗਾ ਉਹਦੀ ਗੱਲ ਕਰਦਾ ਤੇ ਗਾਈਡਲਾਈਨਸ ਆ ਫॉर ਕੰਟੀਨਿਊਅਲ ਇੰਪਰੂਵਮੈਂਟ। ਸੋ ਇਹ ਵੇਰੀਅਸ ਸਰਟੀਫਿਕੇਸ਼ਨਸ ਨੇ, ਇਹਨਾਂ ਨੂੰ ਮੈਂ ਤੁਹਾਡੇ ਨਾਲ ਡਿਟੇਲ ਚ ਡਿਸਕਸ ਕਰ ਚੁੱਕਾ ਆਲਰੇਡੀ। 8 ਮੈਨੇਜਮੈਂਟ ਪ੍ਰਿੰਸੀਪਲ ਕਿਹੜੇ ਆ, ਆਪਾਂ ਕੁਆਲਿਟੀ ਮੈਨੇਜਮੈਂਟ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕਰਦੇ ਪਏ ਆ। ਕਸਟਮਰ ਨੂੰ ਫੋਕਸ ਕਰਨਾ, ਲੀਡਰਸ਼ਿਪ ਮੀਨਸ ਹਾਊ ਇੰਡਸਟਰੀ ਵਿਲ ਲੀਡ ਮੀਨਸ ਲੀਡਰਸ਼ਿਪ ਕਿਵੇਂ ਕਰੇਗੀ, ਕਿਵੇਂ ਕਰਨਗੇ। ਇਨਵੋਲਵਮੈਂਟ ਆਫ ਪੀਪਲ, ਲੋਕਾਂ ਦੀ ਇਨਵੋਲਵਮੈਂਟ ਕਿਵੇਂ ਕਰਨੀ ਹੈ, EMPLOYEES ਦੀ ਇਨਵੋਲਵਮੈਂਟ। ਪ੍ਰੋਸੈਸ ਨੂੰ ਅਪਰੋਚ ਕਿਹੜੇ ਤਰੀਕੇ ਦੇ ਨਾਲ ਕਰਨਾ, ਸਿਸਟਮ ਅਪਰੋਚ ਟੂ ਮੈਨੇਜਮੈਂਟ ਨੂੰ ਆਪਾਂ ਅਪਰੋਚ ਕਿਵੇਂ ਕਰਨਾ, ਕੰਟੀਨਿਊਅਲ ਇੰਪਰੂਵਮੈਂਟ ਕਿਹੜੇ ਤਰੀਕੇ ਦੇ ਨਾਲ ਕਰਨੀ ਆ, ਫੈਕਚੁਅਲ ਅਪਰੋਚ ਟੂ ਡਿਸੀਜਨ ਮੇਕਿੰਗ। ਫੈਕਚੁਅਲ ਕੀ ਹੁੰਦਾ, ਫੈਕਚੁਅਲ ਮੀਨਸ ਐਕਚੁਅਲ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਆਪਾਂ ਪ੍ਰੋਸੈਸਿਸ ਨੂੰ ਅਚੀਵ ਕਰਨਾ ਆ। ਮਿਊਚੁਅਲ ਬੈਨੀਫੀਸ਼ੀਅਲ supplier relationship। ਇਹ ਸਾਰੇ 8 ਪ੍ਰਿੰਸੀਪਲ ਮੈਨੇਜਮੈਂਟ ਪ੍ਰਿੰਸੀਪਲਸ ਨੇ ਜਿਹੜੇ ਕੁਆਲਿਟੀ ਮੈਨੇਜਮੈਂਟ ਸਿਸਟਮ ਜਿਹਦੇ ਉੱਪਰ ਕੰਮ ਕਰਦਾ ਪਿਆ। ਕਸਟਮਰ ਫੋਕਸ, ਲੀਡਰਸ਼ਿਪ, ਇਨਵੋਲਵਮੈਂਟ ਆਫ ਪੀਪਲ, process approach, system approach to management, continual improvement, factual approach to decision making, and mutual beneficial supplier relationship. So एक ਆਪਾਂ hierarchy discuss ਕਰਦੇ ਹਾਂ। ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਜੋ ਅਸੀਂ ਕੰਮ ਕਰਨਾ ਆ ਉਹਦੇ ਰਿਕਾਰਡਸ ਮੇਨਟੇਨ ਹੋਣਗੇ, ਉਹਦੇ ਨਾਲ ਫਾਰਮ ਐਂਡ ਫਾਰਮੈਟਸ ਮੇਨਟੇਨ ਹੋਣਗੇ। ਮੀਨਸ ਰਿਕਾਰਡ ਦੇ ਵਿੱਚ ਕੀ ਹੈਗਾ, ਸੇ ਆਪਾਂ ਕੋਈ ਪ੍ਰੋਡਕਸ਼ਨ ਪੈਰਾਮੀਟਰ ਬਣਾਉਣੇ ਨੇ, ਕਿੰਨੀ ਤਰੀਕ ਨੂੰ ਕਿਹੜਾ ਆਪਰੇਟਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕੰਮ ਕਰਦਾ ਪਿਆ ਸੀ, ਕਿੰਨੇ ਉਹਨੇ ਪ੍ਰੋਡਕਟ ਤਿਆਰ ਕੀਤੇ, ਕਿੰਨੇ ਰਿਜੈਕਟ ਹੋਏ, ਕਿੰਨੇ ਪਾਸ ਹੋਏ, ਕਿੰਨੇ ਉਹਨੇ ਰੀਵਰਕ ਕੀਤੇ, ਰਾਈਟ, ਔਰ ਕਿਹੜੀ ਜਗ੍ਹਾ ਤੇ ਉਹਨੇ ਰੱਖੇ, ਰਾਈਟ। ਇਹ ਸਾਰਾ ਹੋ ਗਿਆ ਫਾਰਮ ਇੱਕ ਪਰ ਤਿਆਰ ਕਰ ਦਿੱਤਾ। ਇਸੇ ਤਰ੍ਹਾਂ ਹੀ ਕੋਈ ਫਾਰਮੈਟ ਤਿਆਰ ਕਰਨਾ, ਫਾਰਮੈਟ ਤਿਆਰ ਕਰ ਦਿੱਤੇ। ਵਰਕ ਇਨਸਟਰਕਸ਼ਨ ਕੰਮ ਕਰਨ ਦੇ ਤਰੀਕੇ ਕਿਹੜੇ ਹੈਗੇ ਆ, ਵਰਕ ਇਨਸਟਰਕਸ਼ਨ ਤਿਆਰ ਕਰ ਦਿੱਤੀਆਂ। ਕੁਆਲਿਟੀ ਸਿਸਟਮ ਦੇ ਪ੍ਰੋਸੀਜਰ ਤਿਆਰ ਕਰ ਦਿੱਤੇ ਅਸੀਂ, ਔਰ ਇਹ ਸਾਰੀਆਂ ਚੀਜ਼ਾਂ ਰਿਕਾਰਡ, ਫਾਰਮੈਟਸ, ਫਾਰਮਸ, ਵਰਕ ਇਨਸਟਰਕਸ਼ਨਸ, ਕੁਆਲਿਟੀ ਸਿਸਟਮ ਪ੍ਰੋਸੀਜਰਸ, ਇਹਨਾਂ ਦਾ ਇੱਕ ਮਾਸਟਰ ਤਿਆਰ ਕਰ ਲਿਆ ਆਪਾਂ। ਮਾਸਟਰ ਡਾਕੂਮੈਂਟਸ ਸਾਰੇ ਤਿਆਰ ਕਰਕੇ ਇੱਕ ਬੁਕਲੇਟ ਦੇ ਵਿੱਚ ਲੈ ਗਏ। ਇੱਕ ਮੇਨ ਅਸੀਂ ਇੰਡਸਟਰੀ ਦੀ ਆਰਗੇਨਾਈਜੇਸ਼ਨ ਦੀ ਬੁਕਲੇਟ ਤਿਆਰ ਕਰਤੀ ਹੈ ਜਿਹਨੂੰ ਆਪਾਂ ਕੁਆਲਿਟੀ ਮੈਨੂਅਲ ਕਹਿੰਦੇ, ਰਾਈਟ। ਹੁਣ what is quality manual? Quality manual is basically the combination of master records, forms, formats, work instructions, quality system procedures, ਸਾਰਿਆਂ ਦੇ ਇੱਕ ਮਾਸਟਰ ਤਿਆਰ ਕਰਕੇ ਆਪਾਂ ਇੱਕ ਜਗ੍ਹਾ ਤੇ ਰੱਖ ਦਿੱਤਾ ਹੈ। ਇਹ ਹੀਰਾਰਕੀ ਹੈ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਕੰਮ ਕਰਨ ਦੀ। ਸੋ ਆਪਾਂ ਰਜਿਸਟ੍ਰੇਸ਼ਨ ਕਿਹੜੇ ਤਰੀਕੇ ਦੇ ਨਾਲ ਕਰਨੇ, ਥੋੜਾ ਜਿਹਾ ਰਸ਼ ਅਪ ਕਰਦੇ ਹਾਂ ਅਸੀਂ। ਹਰ ਇੱਕ ਆਰਗੇਨਾਈਜੇਸ਼ਨ ਨੇ ਨੂੰ ਪਤਾ ਹੁੰਦਾ ਕਿ ਉਹ ਕਿਹੜੇ ਲੈਵਲ ਤੇ ਖੜੀ ਹੋਈ ਆ। ਹਰ ਇੱਕ ਆਰਗੇਨਾਈਜੇਸ਼ਨ ਨੇ ਆਪਣੇ ਤਰੀਕੇ ਦੇ ਨਾਲ ਸਰਟੀਫਿਕੇਸ਼ਨ ਨੂੰ ਪ੍ਰੋਸੀਡ ਕਰਨਾ ਹੁੰਦਾ। ਥੋੜੇ ਜਿਹੇ ਸਟੈਪਸ ਮੈਂ ਲਿਖੇ ਹੋਏ ਨੇ। ਸੈਟ ਦੀ ਰਜਿਸਟ੍ਰੇਸ਼ਨ ਆਬਜੈਕਟਿਵ, ਆਪਣਾ ਆਬਜੈਕਟਿਵ ਡਿਸਾਈਡ ਕਰੋ। ਸਿਲੈਕਟ ਦੀ ਅਪਰੋਪਰੀਏਟ ਸਟੈਂਡਰਡ ਆਪਣੇ ਮੇਨਟੇਨ ਕਰੋ। ਡਿਵੈਲਪ ਐਂਡ ਇੰਪਲੀਮੈਂਟ ਦੀ ਕੁਆਲਿਟੀ ਸਿਸਟਮ ਨੂੰ ਡਿਵੈਲਪ ਕਰੋ। ਇਹ ਜਿਹੜੇ ਸਾਰਾ ਕੁਝ ਹੋ ਗਿਆ, ਫਿਰ ਅਸੀਂ ਥਰਡ ਪਾਰਟੀ ਰਜਿਸਟਰਾਰ ਨੂੰ ਅਪਲਾਈ ਕਰਨਾ। ਮੈਂ ਪਹਿਲਾਂ ਵੀ ਦੱਸਿਆ ਸੀ ਹਰ ਇੱਕ ਨੇਸ਼ਨ ਦੇ ਵਿੱਚ ISO ਦੇ ਜਿਹੜੇ ਆਫਿਸਿਸ ਖੁੱਲੇ ਹੋਏ ਨੇ, ਉਹਨਾਂ ਨੇ ਅੱਗੋਂ ਫਰੈਂਚਾਈਜ਼ੀਜ਼ ਜਾਂ ਅੱਗੋਂ ਆਥੋਰਾਈਜ਼ ਕੀਤਾ ਹੋਇਆ ਕੁਝ ਪਾਰਟੀਜ਼ ਨੂੰ, ਉਹਨਾਂ ਨੂੰ ਰਜਿਸਟਰਾਰ ਕਿਹਾ ਜਾਂਦਾ। ਉਹ ਰਜਿਸਟਰਾਰ ਦੇ ਕੋਲ ਆਪਾਂ ਥਰਡ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰਨਾ। ਫਿਰ ਅਸੀਂ ਕਰਨਾ ਪਰਫਾਰਮ ਸੈਲਫ ਐਨਾਲਿਸਿਸ ਕਰਨਾ ਆ ਕਿ ਅਸੀਂ ਜੋ ਕਹਿੰਦੇ ਪਏ ਉਹਦੇ ਮੁਤਾਬਕ ਕੰਮ ਚੱਲਦਾ ਪਿਆ ਜਾਂ ਨਹੀਂ ਚੱਲਦਾ ਪਿਆ। ਉਸ ਤੋਂ ਬਾਅਦ ਜਿਹੜੇ ਸਭ ਕੁਝ ਆਪਾਂ ਚੈੱਕ ਕਰ ਲਿਆ, ਸਬਮਿਟ ਕੁਆਲਿਟੀ ਮੈਨੂਅਲ ਫਾਰ ਅਪਰੂਵਲ। ਜਿਹੜਾ ਕੁਆਲਿਟੀ ਮੈਨੂਅਲ ਮੈਂ ਪਿਛਲੀ ਸਲਾਈਡ ਤੇ ਡਿਸਕਸ ਕੀਤਾ ਸੀ, ਆਪਾਂ ਸਾਰੇ ਸਟੈਂਡਰਡ ਮੇਨਟੇਨ ਕਰਕੇ ਇੱਕ ਕੁਆਲਿਟੀ ਮੈਨੂਅਲ ਜਿਹੜਾ ਹੈਗਾ ਉਹ ਮੈਨੇਜਮੈਂਟ ਨੂੰ ਅਪਰੂਵਲ ਲਈ ਭੇਜਾਂਗੇ। ਜਿਹੜੇ ਅਪਰੂਵ ਹੋ ਗਿਆ ਸਾਡਾ, ਉਹਦੇ ਮੁਤਾਬਕ ਕੰਮ ਹੋਣਾ ਸ਼ੁਰੂ ਹੋ ਗਿਆ। ਫਿਰ ਮੈਂ ਪ੍ਰੀ ਅਸੈਸਮੈਂਟ ਬਾਈ ਰਜਿਸਟਰਾਰ ਕੋਲੋਂ ਮੈਂ ਆਪਣੀ ਇੰਸਪੈਕਸ਼ਨ ਕਰਵਾਵਾਂਗਾ। ਉਹਦੇ ਵਿੱਚ ਰਜਿਸਟਰਾਰ ਜਿਹੜੇ ਮੈਨੂੰ ਦੱਸੇਗਾ ਮੇਰੇ ਕੋਲ ਡੈਫੀਸ਼ੀਐਂਸੀਜ਼ ਹੈਗੀਆਂ ਨੇ, ਉਹ ਡੈਫੀਸ਼ੀਐਂਸੀਜ਼ ਨੂੰ ਓਵਰਕਮ ਕਰਾਂਗੇ।
ਉਹਦੀ ਕਰੈਕਟਿਵ ਐਕਸ਼ਨਸ ਲਵਾਂਗੇ। ਉਸ ਤੋਂ ਬਾਅਦ ਆਪਾਂ ਰਜਿਸਟਰਾਰ ਕੋਲੋਂ ਫਾਈਨਲ ਅਸੈਸਮੈਂਟ ਕਰਵਾਵਾਂਗੇ। ਜੇ ਸਾਰੇ ਤਰੀਕੇ ਦੇ ਨਾਲ ਆਪਾਂ ਇਸ ਤਰੀਕੇ ਨਾਲ ਕੰਮ ਕਰਦੇ ਪਏ ਔਰ ਜਿਹੜੀਆਂ ਪਿਛਲੀਆਂ ਸਲਾਈਡਸ ਆਪਾਂ ਡਿਸਕਸ ਕੀਤੀਆਂ ਉਹਦੇ ਸਾਰੇ ਮੁਤਾਬਕ ਆਪਾਂ ਮੇਨਟੇਨ ਕਰਦੇ ਪਏ ਆ, ਫਿਰ ਰਜਿਸਟਰਾਰ ਜਿਹੜਾ ਹੈਗਾ ਫਾਈਨਲ ਅਸੈਸਮੈਂਟ ਦੇ ਵਿੱਚ ਕਦੀ ਵੀ ਇਹ ਪੋਸੀਬਲ ਨਹੀਂ ਹੈ ਕਿ ਆਪਾਂ ਰਿਜੈਕਟ ਹੋਈਏ, ਸਾਡੀ ਰਜਿਸਟ੍ਰੇਸ਼ਨ ਹੋਏਗੀ। ਸੋ ਬੈਨੀਫਿਟਸ ਕੀ ਹੈਗੇ ਆ? ਇਟਸ ਮਾਈ ਲਾਸਟ ਸਲਾਈਡ ਆਈ ਥਿੰਕ। Stay connected please. So it established standard operating system ਇਹਦੇ ਨਾਲ ਇੱਕ establish ਹੁੰਦਾ। customer satisfaction ਜਿਹੜੀ ਆ ਉਹ greater ਹੁੰਦੀ ਆ। empower employees ਜਿਹੜੇ empower ਹੋਣਗੇ, improves communication and cooperation within an organization ਦੇ ਵਿੱਚ cooperation or communication increase ਹੁੰਦੀ ਆ। provide high degree of assurance regarding the organization quality management system. It reduces the organization's dependence on few individuals, enables the organization to shift from reactive mode to active mode. ਇਹ ਬੜਾ important ਹੈ reactive mode। reactive mode ਕੀ ਆ? ਜਿਹੜੀਆਂ ਆਰਗੇਨਾਈਜੇਸ਼ਨ ਸਿਸਟਮ ਦੇ ਵਿੱਚ ਕੰਮ ਨਹੀਂ ਕਰਦੀਆਂ ਪਈਆਂ ਉਹ ਕਹਿੰਦੀਆਂ ਨੇ, ਉਹ ਸਿਰਫ ਕਰੈਕਟਿਵ ਐਕਸ਼ਨਸ ਲੈਂਦੀਆਂ ਨੇ। ਕੋਈ ਕੰਮ ਖਰਾਬ ਹੋ ਗਿਆ ਉਹਨੂੰ ਠੀਕ ਕਰ ਦਿਓ। ਪ੍ਰੋਐਕਟਿਵ ਮੋਡ ਕੀ ਹੈਗਾ? ਅਸੀਂ ਪਰਮਾਨੈਂਟਲੀ ਕਿਸੇ ਚੀਜ਼ ਨੂੰ ਠੀਕ ਕਰ ਦੇਣਾ, ਉਹਦੇ ਪ੍ਰੀਵੈਂਟਿਵ ਐਕਸ਼ਨਸ ਲੈਣੇ ਆ। ISO ਅਡਾਪਟ ਕਰਾਂਗੇ ਜੇ ਆਪਾਂ ਕੁਆਲਿਟੀ ਮੈਨੇਜਮੈਂਟ ਸਿਸਟਮ ਦੇ ਵਿੱਚ ਕੰਮ ਕਰਾਂਗੇ ਤੇ ਅਸੀਂ ਰਿਐਕਟਿਵ ਮੋਡ ਤੋਂ ਪ੍ਰੋਐਕਟਿਵ ਮੋਡ ਦੇ ਵਿੱਚ ਆ ਜਾਵਾਂਗੇ। then is it drives the organization to zero defect ਤੇ ਕੋਈ ਬ੍ਰੇਕਡਾਊਨ ਲੈਵਲ ਖਤਮ ਹੋ ਗਿਆ, ਜ਼ੀਰੋ ਡਿਫੈਕਟ ਤੇ ਆਪਾਂ ਆ ਜਾਵਾਂਗੇ। ਇਹ ਸਾਰੇ ਬੈਨੀਫਿਟਸ ਸੀਗੇ ਮੇਰੇ। ਸੋ ਥੈਂਕ ਯੂ ਵੈਰੀ ਮੱਚ। ਮੇਰਾ ਜਿਹੜਾ ਸੈਸ਼ਨ ਹੈਗਾ ਆ ਉਹ ਅੱਜ ਦਾ ਖਤਮ ਹੋ ਜਾਂਦਾ। ਮੈਂ ਸਟੂਡੈਂਟਸ ਨੂੰ ਅਲਾਉ ਕਰਦਾ, ਇਫ ਐਨੀਬਡੀ ਇਜ਼ ਇੰਟਰਸਟਿਡ ਟੂ ਆਸਕ ਮੀ ਐਨੀ ਕੁਐਸਚਨ। ਸੋ ਤੁਸੀਂ ਆਪਣੇ ਆਪ ਨੂੰ unmute करके सिर्फ 2-3 मिनट I can give because the next class to start now, so it is already 12:50. So ask your question, you can unmute yourself. मैं through authorize करता, please I will take 2 or 3 minutes, otherwise last slide number and email addresses ਹੁੰਦਾ, you may contact me। सर ये सर एक गल पूछनी सीगी जी, पूछो जी। जी you can ask। ISO ਦਾ मीनिंग सर, ISO ਦਾ मीनिंग ਦੱਸਿਆ ਸੀ ਨਾ ਕਿ ਕੁਆਲਿਟੀ ਮੈਨੇਜਮੈਂਟ ਵਾਸਤੇ ਹੁੰਦਾ ਵਾ, ਤੇ ਉਹਦਾ ਸੈਕਿੰਡ मीनिंग ਦੱਸਿਆ ਸੀ ਤੁਸੀਂ। ISO ਦਾ? ਹਾਂਜੀ ਹਾਂਜੀ ਸਰ। ISO ਦਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ। ਓਕੇ ਸਰ। Hello. Boda sir, do you have any question? Hello. Yes पूछिए जी। जी सर, you may ask। Sorry, your voice is not clear। हाँ, yes बोलिए, yes बोलिए। Turja। Hello. Participants are requested to raise your hand for any query. I will unmute the only participant who had raised his hand. Clear। So ਜੇ ਸਾਰੇ ਬੱਚਿਆਂ ਨੂੰ clear ਹੋ ਜਾਂਦਾ, it means it is good for me। Thank you very much for attending my session. Have a nice day। Thank you for attending my lecture। Thank you। So you may end the meeting।